बादशाह दरवेश, दो जहाना दे वाली, साहिब कमाल, कामलुल अखलाक वरदो आलम शाह, साहिब श्री गुरु गोबिंद सिंह जी महाराज जी की बख्शिश की हुई फतेह प्रवानो जी। वाहिगुरु जी का खालसा, वाहिगुरु जी की फतेह। सब तो पहला मैं उस परिपूर्ण परमात्मा वाहिगुरु जी का ते सतगुरु साहिबान का कोटान कोट शुक्र करता हाँ, जिन्हां दी अपार बख्शिश दे नाल गुरसिख प्यारियां ने अपने प्रचारक ਅਤੇ ਆਪ ਜਪੇ ਅਵਰਾ ਨਾਮ ਜਪਾਵੇ ਦੀ ਚਾਹਨਾ ਰੱਖਣ ਵਾਲੇ ਸਾਰੇ ਵੀਰਾਂ ਨੂੰ ਇਹ ਉਦਮ ਉਪਰਾਲਾ ਬਖਸ਼ਿਆ ਕਿ ਦੇਸ਼ਾਂ ਪ੍ਰਦੇਸ਼ਾਂ ਵਿੱਚ ਜਿੱਥੇ ਵੀ ਬੈਠੇ ਹੋਏ ਨੇ ਗੁਰਮਤਿ ਦੀ ਕਲਾਸ ਇਹ ਪ੍ਰਾਰੰਭ ਹੋ ਚੁੱਕੀ ਹੈ। ਸੋ ਜਿਹੜੇ ਜਿਹੜੇ ਵੀ ਵੀਰ ਮਾਈ ਭਾਈ ਇਸ ਗੁਰਮਤਿ ਕਲਾਸ ਦੇ ਵਿੱਚ ਸ਼ਾਮਲ ਹੋਏ ਨੇ, ਉਹਨਾਂ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੈਨੂੰ ਇਸ ਯੋਗ ਸਮਝਿਆ ਕਿ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਦਿਹਾੜੇ ਦੇ जो अजकल गुरमत समागम प्रारंभ हो चुके हैं कौम के करोना वायरस के करके गुरुद्वारियां दे विच हज़ारां की गिनती में इकट्ठ होंदे ने, कोई 40 दिन लई, कोई वध समय, कोई घट समय के लिए गुरु अर्जन पातशाह जी के गुण गायन करके अपना जन्म सफल करता है। पर करोना वायरस के करके आ बहुत शलाघायोग उद्यम है कि असीं घर बैठे ही धन गुरु अर्जन देव जी महाराज का ये पावन इतिहास दिहाड़ा मना रहे हैं। इस गल की मैं वीर हरजीत सिंह जी, चरणजीत सिंह जी ਅਤੇ ਸਾਰੇ ਵੀਰਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਜੋ ਇਹਨਾਂ ਨੇ ਉਦਮ ਉਪਰਾਲਾ ਕੀਤਾ ਹੈ ਕਿ ਅਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੱਕ ਦੂਜੇ ਨਾਲ ਵੀ ਜੁੜ ਸਕੀਏ ਤੇ ਆਪਣੇ ਮਹਾਨ ਵਿਰਸੇ ਨਾਲ ਵੀ ਜੁੜ ਸਕੀਏ। ਮੈਂ ਆਪਣੇ ਮੁੱਦੇ ਵੱਲ ਆਵਾਂ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਤਿਹਾਸ ਬਹੁਤ ਵਿਸ਼ਾਲ ਹੈ ਤੇ ਉਹਨਾਂ ਨੂੰ 1, 2 ਜਾਂ 4 ਘੰਟਿਆਂ ਦੇ ਵਿੱਚ ਬਿਆਨ ਕਰਨਾ ਇਹ ਕਿਸੇ ਆਮ ਵਿਅਕਤੀ ਦੇ ਵੱਸ ਦੀ ਗੱਲ ਨਹੀਂ। ਫਿਰ ਵੀ ਜਿਸ ਤਰ੍ਹਾਂ ਵੀਰ ਹਰਜੀਤ ਸਿੰਘ ਜੀ ਨੇ ਹੁਕਮ ਕੀਤਾ ਸੀ ਕਿ 4 ਜਾਂ 5 ਕਲਾਸਾਂ ਦੇ ਵਿੱਚ ਹਰ ਬੁੱਧਵਾਰ ਨੂੰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜਨਮ ਤੋਂ ਲੈ ਕੇ ਪਹਿਲਾਂ ਗੁਰਗੱਦੀ ਤੱਕ, ਫਿਰ ਗੁਰਗੱਦੀ ਦੇ ਦੌਰਾਨ ਕੀਤੇ ਹੋਏ ਕੰਮ ਔਰ ਉਸ ਤੋਂ ਬਾਅਦ ਸਤਿਗੁਰੂ ਜੀ ਦੀ ਲਾਸਾਨੀ ਸ਼ਹਾਦਤ ਤੇ ਉਸ ਤੋਂ ਉਪਰੰਤ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਣੀ ਤੇ ਇਤਿਹਾਸ ਦੇ ਆਧਾਰ ਤੇ ਜੋ ਸਾਨੂੰ ਸੇਧ ਮਿਲਦੀ ਹੈ। ਸੋ ਇਹ 4 ਵਿਸ਼ਿਆਂ ਦੇ ਵਿੱਚ ਉਹਨਾਂ ਦੇ ਜੀਵਨ ਨੂੰ 4 ਹਿੱਸਿਆਂ ਵਿੱਚ ਵੰਡ ਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਗੁਣ ਗਾਇਨ ਕਰਨ ਦਾ ਯਤਨ ਕੀਤਾ ਜਾਏਗਾ। ਇਹ ਗੁਣ ਗਾਇਨ ਕਰਨ ਦਾ ਮਕਸਦ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਜੀਵਨ ਇਤਿਹਾਸ, ਉਹਨਾਂ ਦੇ ਫਲਸਫੇ ਜਾਂ ਉਹਨਾਂ ਦੀ ਮਹਾਨ ਸ਼ਖਸੀਅਤ ਦਾ ਅੰਤ ਪਾਣਾ ਨਹੀਂ, बल्कि जिमें भाई साहब भाई गुरदास जी ने लिखा है कि सतगुरु की महिमा अगम अगाध बोध है, ये गुण तो ही गायन करने ने असी कि सिख एक बूंद की न्याई है ते गुरु विशाल सागर है। असी एक बूंद जिहड़ी है वो अपने मूल सागर दे नाल जुड़ सकीए। सो ऐसे महान सतगुरु जी के पावन इतिहास नूं बयान करन तो पहला ਉਹਨਾਂ ਦੇ ਹੀ ਪਾਵਨ ਇਤਿਹਾਸ ਵਿੱਚੋਂ ਇੱਕ ਘਟਨਾ ਸੁਣਾ ਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਲਾਸਾਨੀ ਸ਼ਖਸੀਅਤ ਬਾਰੇ ਸੰਖੇਪ ਦੇ ਵਿੱਚ ਜਾਣਕਾਰੀ ਦੇਣੀ ਚਾਹੁੰਦਾ ਹਾਂ, ਕਿਉਂਕਿ 1581 ਦੇ ਅਗਸਤ ਮਹੀਨੇ ਦੇ ਅੰਤਲੇ ਦਿਨਾਂ ਦੇ ਵਿੱਚ ਇਹ ਗੱਲ ਸਮੁੱਚੇ ਸਿੱਖ ਸੰਸਾਰ ਦੇ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਚੁੱਕੀ ਸੀ ਕਿ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੱਚਖੰਡ ਬਿਆਨਾ ਕਰ ਗਏ ਹਨ ਤੇ ਉਹਨਾਂ ਨੇ ਗੁਰਗੱਦੀ ਦੇ ਵਾਰਸ ਆਪਣੇ ਛੋਟੇ ਬੇਟੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗੁਰਗੱਦੀ ਦਾ ਵਾਰਸ ਬਣਾ ਦਿੱਤਾ ਹੈ। ਸੰਗਤਾਂ ਦੇ ਮਨਾਂ ਦੇ ਵਿੱਚ ਜਿੱਥੇ ਜਿੱਥੇ ਵੀ ਗੁਰਸਿੱਖ ਪਿਆਰੇ ਬੈਠੇ ਹੋਏ ਸਨ, ਇੱਕ ਪਾਸੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਵਿਛੋੜੇ ਦੀ ਬੇਬਲਤਾ ਔਰ ਦੂਜੇ ਪਾਸੇ ਗੁਰਗੱਦੀ ਦੇ ਵਿਰਾਜਮਾਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ਾਂ ਦੇ ਪਾਤਰ ਬਣਨ ਦੇ ਲਈ ਸਿੱਖ ਸੰਸਾਰ ਜਿੱਥੇ ਵੀ ਬੈਠਾ ਹੋਇਆ ਸੀ, ਕੋਨੇ ਕੋਨੇ ਦੇ ਵਿੱਚੋਂ ਸੰਗਤਾਂ ਦੇ ਕਾਫਲੇ ਸੱਚਖੰਡ ਸ੍ਰੀ ਦਰਬਾਰ ਸਾਹਿਬ, ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵੱਲ ਚੱਲ ਪਏ ਨੇ। ਕਹਿੰਦੇ ਅੰਤਮ ਪੜਾਅ ਤੇ ਪੈਦਲ ਸਫ਼ਰ ਕਰਨਾ ਹੁੰਦਾ ਸੀ। ਕਾਫਲਿਆਂ ਦੇ ਰੂਪ ਵਿੱਚ ਸੰਗਤਾਂ ਆਉਂਦੀਆਂ ਸਨ। ਆਪਣਾ ਪ੍ਰਸ਼ਾਦਾ ਪਾਣੀ ਲੰਗਰ ਪ੍ਰਬੰਧ ਆਦਿ ਸੰਗਤਾਂ ਨੂੰ ਰਸਤੇ ਦੇ ਵਿੱਚ ਆਪ ਹੀ ਕਰਨਾ ਪੈਂਦਾ ਸੀ। ਅੰਤਲਾ ਪੜਾਅ ਜਿਹੜਾ ਸੀ ਉਹ
श्री ਅੰਮ੍ਰਿਤਸਰ ਸਾਹਿਬ ਤੋਂ ਕੁਝ ਦੂਰੀ ਤੇ ਸੰਗਤਾਂ ਕਾਫੀ ਲੇਟ ਆਪਣੇ ਅੰਤਮ ਪੜਾਅ ਤੇ ਪਹੁੰਚੀਆਂ ਨੇ ਤੇ ਕੁਝ ਥਕੇਵਾਂ ਕੁਝ ਆਲਸ ਕਰਨ ਦੀ ਸੋਚਣ ਲੱਗੇ ਕਿ ਅੱਜ ਸ਼ਾਮ ਦਾ ਲੰਗਰ ਆਪ ਤਿਆਰ ਕਰਨ ਦੀ ਬਜਾਏ ਅਸੀਂ ਸ਼ਾਮ ਦਾ ਲੰਗਰ ਤਿਆਰ ਨਾ ਕਰੀਏ, ਠੀਕ ਟਾਈਮ ਤੇ ਆਰਾਮ ਕਰ ਲਈਏ, ਪਰ ਅੰਮ੍ਰਿਤ ਵੇਲੇ ਉੱਠ ਕੇ ਫਿਰ ਲੰਗਰ ਵੀ ਸੰਗਤਾਂ ਤਿਆਰ ਕਰਨਗੀਆਂ। ਆਪਣਾ ਨਿਤਨੇਮ ਆਦਿ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਦੀਆਂ ਬਖਸ਼ਿਸ਼ਾਂ ਲੈਣ ਦੇ ਲਈ ਆਪਣੇ ਅਗਲੇ ਪੜਾਅ ਵੱਲ ਵਧਿਆ ਜਾਏਗਾ। ਇਹ ਸੋਚਾਂ ਵਿੱਚ ਜੇ ਸੰਗਤਾਂ ਸੌਣ ਦੀ ਤਿਆਰੀ ਕਰ ਰਹੀਆਂ ਸਨ, ਕੀ ਤੱਕਿਆ ਹੈ ਇੱਕ 18 ਸਾਲਾਂ ਦਾ ਨੌਜਵਾਨ ਪਤੀ ਪਤਨੀ ਦੇ ਰੂਪ ਵਿੱਚ ਅਨੇਕਾਂ ਸੇਵਕਾਂ ਦੇ ਨਾਲ ਗੱਡਿਆਂ ਤੇ ਲੰਗਰ ਲੱਦ ਕੇ ਬਰਤਨ ਆਦਿ ਲੱਦ ਕੇ ਪਹੁੰਚੇ ਹਨ ਔਰ ਸੰਗਤਾਂ ਨੂੰ ਆਦੇਸ਼ ਕੀਤਾ ਹੈ, ਸਾਧ ਸੰਗਤ ਤਿਆਰ ਪਰ ਤਿਆਰ ਹੋ ਕੇ ਲਾਈਨਾਂ ਲਾ ਕੇ ਬੈਠ ਜਾਓ, ਪੰਗਤਾਂ ਦੇ ਵਿੱਚ ਬੈਠੋ ਤਾਂ ਕਿ ਸੰਗਤ ਦੀ ਸੇਵਾ ਕੀਤੀ ਜਾਵੇ। ਸੰਗਤਾਂ ਨੂੰ ਆਪ ਪ੍ਰਸ਼ਾਦਾ ਛਕਾਇਆ ਹੈ, ਉਹਨਾਂ ਦੇ ਬਰਤਨ ਸੁੱਚੇ ਕੀਤੇ ਨੇ। ਥੱਕੀਆਂ ਹੋਈਆਂ ਸੰਗਤਾਂ ਨੂੰ ਕਿਸੇ ਕਿਸਮ ਦੀ ਖੇਚਲ ਨਾ ਕਰਨੀ ਪਵੇ। ਰਾਤ ਸੋ ਗਏ ਨੇ, ਸਾਰੀ ਰਾਤ ਇਹ ਪਤੀ ਪਤਨੀ ਪੱਖਾ ਚੱਲਦੇ ਰਹੇ ਨੇ ਔਰ ਅੰਮ੍ਰਿਤ ਵੇਲੇ ਸੰਗਤਾਂ ਨੂੰ ਉਠਾਇਆ। ਸੇਵਾਦਾਰਾਂ ਨੇ ਅੰਮ੍ਰਿਤ ਵੇਲੇ ਨਾਸ਼ਤੇ ਦਾ ਪ੍ਰਬੰਧ ਵੀ ਕੀਤਾ, ਉਧਰ ਦੀਵਾਨ ਵੀ ਸਜੇ ਤੇ ਸਭ ਕੁਝ ਕਰ ਕਰਾ ਕੇ ਇਹ ਸੰਗਤਾਂ ਦਾ ਜੋ ਕਾਫਲਾ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ ਬਖਸ਼ਿਸ਼ਾਂ ਦਾ ਪਾਤਰ ਬਣਨ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਨੂੰ ਰਵਾਨਾ ਹੋਇਆ। ਬਹੁਤ ਸਾਰੇ ਬਜ਼ੁਰਗ ਜਿਨ੍ਹਾਂ ਦੀ ਆਪਣਾ ਸਮਾਨ ਸੰਭਾਲਣਾ ਪੈਂਦਾ ਸੀ, ਬਜ਼ੁਰਗ ਹੋਣ ਨਾਤੇ ਇਹ ਪਤੀ ਪਤਨੀ ਉਹਨਾਂ ਦੀ ਹਰ ਕਿਸਮ ਦੀ ਮਦਦ, ਲੋੜਵੰਦਾਂ ਦਾ ਸਮਾਨ ਚੁੱਕ ਕੇ ਕੁਛ ਹੱਦ ਤੱਕ ਉਹਨਾਂ ਦੀ ਸਹਾਇਤਾ ਕਰਦੇ। ਚਲਦਿਆਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਪਹੁੰਚੇ ਨੇ। ਉਸ ਵੇਲੇ ਇਹ ਸਮੱਸਿਆ ਖੜੀ ਹੋ ਗਈ। ਹਰ ਸਿੱਖ ਨੂੰ ਚਾਅ ਸੀ ਕਿ ਪਹਿਲਾਂ ਮੈਂ ਗੁਰੂ ਅਰਜਨ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ ਤੇ ਜੋੜਿਆਂ ਦੀ ਸੰਭਾਲ ਦੇ ਲਈ ਸੰਗਤਾਂ ਵਿੱਚ ਆਪਸੀ ਚਰਚਾ ਹੋਣ ਲੱਗੀ। ਉਹ ਪਤੀ ਪਤਨੀ ਫਿਰ ਅੱਗੇ ਆਏ ਨੇ, ਬੇਨਤੀ ਕੀਤੀ, ਸਾਧ ਸੰਗਤ ਤੁਸੀਂ ਜਾ ਕੇ ਗੁਰੂ ਪਾਤਸ਼ਾਹ ਦੇ ਦਰਸ਼ਨ ਕਰੋ ਤੇ ਜੋੜਿਆਂ ਦੀ ਸੰਭਾਲ ਦਾਸ ਕਰੇਗਾ। ਸਾਰੀਆਂ ਸੰਗਤਾਂ ਅੰਦਰ ਗਈਆਂ ਨੇ, ਚਾਈ ਕੀਰਤਨ ਸ਼ਰਵਣ ਕੀਤਾ ਹੈ, ਪਰ ਹੈਰਾਨ ਹਨ ਸੰਗਤਾਂ। ਇੱਕ ਬੇਵਲਤਾ ਹੈ ਕਿ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦੇ ਦਰਸ਼ਨ ਕਿਉਂ ਨਹੀਂ ਹੋ ਰਹੇ। ਅੰਤ ਕੀਰਤਨ ਸੁਣਨ ਤੋਂ ਬਾਅਦ ਸੰਗਤਾਂ ਬਾਹਰ ਆਈਆਂ, ਗੁਰੂ ਦਰਸ਼ਨਾਂ ਦੇ ਅਭਿਲਾਸ਼ੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਵਰਗੇ ਕਿਸੇ ਗੁਰਸਿੱਖ ਤੋਂ ਪੁੱਛ ਲਿਆ ਕਿ ਜੋ ਗੁਰਗੱਦੀ ਤੇ ਬਿਰਾਜਮਾਨ ਸਤਿਗੁਰੂ ਸੱਚੇ ਪਾਤਸ਼ਾਹ ਹਨ ਧੰਨ ਗੁਰੂ ਅਰਜਨ ਦੇਵ ਜੀ, ਉਹਨਾਂ ਦੇ ਦਰਸ਼ਨ ਕਿਉਂ ਨਹੀਂ ਹੋ ਰਹੇ। ਭਾਈ ਗੁਰਦਾਸ ਜੀ ਨੇ ਉਸ ਵੇਲੇ ਉਹਨਾਂ ਭੋਲੇ ਭਾਲੇ ਗੁਰਸਿੱਖਾਂ ਨੂੰ ਸਮਝਾਇਆ ਕਿ ਭੋਲੇ ਭਾਲੇ ਗੁਰਸਿੱਖੋ, ਜੋ ਸ਼ਖਸੀਅਤ ਰਾਤ ਨੂੰ ਤੁਹਾਡੇ ਲੰਗਰ ਦੀ ਸੇਵਾ, ਝੂਠੇ ਬਰਤਨਾਂ ਦੀ ਸੇਵਾ, ਪੱਖਾ ਚੱਲਣ ਦੀ ਸੇਵਾ ਕਰਦੇ ਰਹੇ, ਅੰਮ੍ਰਿਤ ਵੇਲੇ ਤੋਂ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਨੇ ਔਰ ਹੁਣ ਵੀ ਜੋੜਿਆਂ ਦੀ ਸੰਭਾਲ ਦੇ ਲਈ ਤੁਹਾਡੇ ਜੋੜਿਆਂ ਦੀ ਸੇਵਾ ਦੇ ਵਿੱਚ ਖੜੇ ਹਨ, ਦਰਅਸਲ ਉਹੀ ਗੁਰੂ ਅਰਜਨ ਪਾਤਸ਼ਾਹ ਹਨ। ਐਵੇਂ ਨਹੀਂ ਭੱਟ ਸਾਹਿਬਾਨ ਨੇ ਕਹਿ ਦਿੱਤਾ ਸੀ ਕਿ ਧਰਨ ਗਗਨ ਨਵਖੰਡ ਮੈਂ ਜੋਤ ਸਰੂਪੀ ਰਹਿਓ ਪਰ ਭਨ ਮਥਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ। ਸਾਧ ਸੰਗਤ, ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਪਾਵਨ ਸ਼ਖਸੀਅਤ ਤੋਂ ਅਸੀਂ ਇੱਕ ਸੇਧ ਲੈਣੀ ਹੈ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਪਾਵਨ ਜੋਤ ਨੇ ਕੇਵਲ ਉਪਦੇਸ਼ ਹੀ ਨਹੀਂ ਦਿੱਤੇ, ਬਲਕਿ ਆਪ ਵੀ ਹਰ ਕਾ ਸੇਵਕ ਬਣ ਕੇ ਸਾਡਾ ਮਾਰਗਦਰਸ਼ਨ ਕੀਤਾ ਹੈ। ਅੱਜ ਅਸੀਂ ਇਹ ਸੇਵਾਵਾਂ ਵੀ ਵੰਡ ਲਈਆਂ। ਸੇਵਾਵਾਂ ਤਾਂ ਵੰਡਣੀਆਂ ਹੀ ਵੰਡਣੀਆਂ ਸਨ। ਕੋਈ ਅਸੀਂ ਪ੍ਰਧਾਨ ਬਣ ਗਏ ਹਾਂ, ਕੋਈ ਪੱਖ ਛੱਡ ਹੀ ਦਿੱਤਾ। ਸੇਵਾ ਕੇਵਲ ਤੇ ਕੇਵਲ ਘੱਟ ਤੋਂ ਘੱਟ ਤਨਖਾਹ ਤੇ ਰੱਖੇ ਹੋਏ ਸੇਵਾਦਾਰਾਂ ਦੇ ਲਈ ਹੀ ਨਿਯਤ ਕਰ ਦਿੱਤੀ ਗਈ। ਹੈਰਾਨੀ ਦੀ ਗੱਲ ਹੁੰਦੀ ਹੈ ਕਿ ਹਜ਼ਾਰ ਬੰਦਾ ਕਈ ਵਾਰ ਸਾਡੇ ਘਰੇਲੂ ਸਮਾਗਮਾਂ ਦੇ ਵਿੱਚ ਸੰਗਤਾਂ ਵਿੱਚ ਬੈਠੇ ਹੁੰਦੇ ਨੇ, ਪਰ ਇੱਕ ਗ੍ਰੰਥੀ ਸਿੰਘ ਕੇਵਲ ਤਾਬਿਆ ਕੱਢ ਕੇ ਆਪਣੀ ਸੇਵਾ ਨਿਭਾਉਂਦਾ ਹੈ ਤੇ ਇੱਕ ਸੇਵਾਦਾਰ ਬੜਾ ਪ੍ਰਸ਼ਾਦ ਵਰਤਾਉਣ ਵਾਲਾ ਕਈ ਵਾਰ ਇਕੱਲਾ ਹੀ ਫਸਿਆ ਰਹਿੰਦਾ। ਜੇ ਅਸੀਂ ਕੇਂਦਰੀ ਸਥਾਨਾਂ ਤੇ ਦੇਖੀਏ ਤਾਂ ਉੱਥੇ ਵੀ ਅਸੀਂ ਅਹੁਦੇ ਹੀ ਬਣਾ ਦਿੱਤੇ। ਇਹ ਸਾਡਾ ਰਾਸੀਆ ਸਿੰਘ ਹੈ, ਇਹ ਸਾਡਾ ਅਰਦਾਸੀਆ ਸਿੰਘ ਹੈ, ਇਹ ਸਾਡਾ ਜਿਹੜਾ ਹੈ ਗ੍ਰੰਥੀ ਸਿੰਘ ਹੈ, ਰਾਗੀ ਸਿੰਘ ਆਪਣੀ ਡਿਊਟੀ ਤੱਕ ਸੀਮਤ ਨੇ, ਪ੍ਰਧਾਨ ਆਪਣੀ ਡਿਊਟੀ ਤੱਕ ਸੀਮਤ। ਸੇਵਾ ਦੇ ਸਾਰੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਉਪਦੇਸ਼ ਦਿੱਤਾ ਸੀ ਕਿ ਜੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਦਰਗਾਹ ਤੇ ਪ੍ਰਵਾਨ ਹੋਣਾ ਹੈ
ਵਿੱਚ ਦੁਨੀਆ ਸੇਵ ਕਮਾਈ ਹੈ, ਤਾਂ ਦਰਗਾਹ ਵੈਸਣ ਪਾਈ ਹੈ। ਅੰਤ ਸੰਗਤਾਂ ਭੱਜ ਕੇ ਗਈਆਂ ਨੇ, ਆਪਣੀ ਗੁਸਤਾਖੀ ਦੇ ਲਈ ਗੁਰੂ ਅਰਜਨ ਪਾਤਸ਼ਾਹ ਦੇ ਚਰਨਾਂ ਵਿੱਚ ਟੱਕ ਗਈਆਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕੋ ਵਚਨ ਕਿਹਾ ਹੈ, ਸਾਨੂੰ ਉਪਦੇਸ਼ ਦਿੰਦੇ ਹੋਏ, ਸੰਗਤਾਂ ਨੂੰ ਸੰਬੋਧਨ ਕਰਦੇ ਹੋਏ, ਕਿ ਹਰ ਜਨ ਕੋ ਇਹੀ ਸੁਹਾਵੈ, ਪੇਖ ਨਿਕਟ ਕਰ ਸੇਵਾ ਸਤਿਗੁਰ, ਹਰ ਕੀਰਤਨ ਹੀ ਕਰਤਾਵੇ। ਸੋ ਐਸੇ ਮਹਾਨ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੰਸਾਰ ਦੀ ਲਾ ਮਿਸਾਲ ਸ਼ਖਸੀਅਤ, ਜਿਨ੍ਹਾਂ ਦਾ ਜਨਮ 15 ਅਪ੍ਰੈਲ ਸਨ 1563 ਈਸਵੀ ਨੂੰ ਗੋਬਿੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਪਿਤਾ ਗੁਰੂ ਰਾਮਦਾਸ ਜੀ ਮਹਾਰਾਜ ਦੇ ਘਰ ਔਰ ਮਾਤਾ ਭਾਨੀ ਜੀ ਦੀ ਕੁੱਖੋਂ ਹੋਇਆ ਹੈ। ਭੱਟ ਸਾਹਿਬਾਨ ਨੇ ਇਸ ਇਤਿਹਾਸਕ ਸਚਾਈ ਨੂੰ ਆਪਣੀ ਪਾਵਨ ਬਾਣੀ ਵਿੱਚ ਦਰਜ ਕਰਦੇ ਹੋਏ ਲਿਖਿਆ ਹੈ ਕਿ ਗੁਰੂ ਰਾਮਦਾਸ ਘਰ ਕਿਉ ਪ੍ਰਗਾਸਾ, ਸਗਲ ਮਨੋਰਥ ਪੂਰੀ ਆਸਾ। ਇਹ ਯਾਦ ਰੱਖਣ ਵਾਲੀ ਗੱਲ ਕਿ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਪੂਜਨੀਕ ਮਾਤਾ ਭਾਨੀ ਜੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਦੀ ਬੇਟੀ ਸੀ। ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਅਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਰਿਸ਼ਤੇ ਵਜੋਂ ਗੁਰੂ ਅਰਜਨ ਦੇਵ ਜੀ ਦੋਹਤਾ ਅਤੇ ਧੰਨ ਗੁਰੂ ਅਮਰਦਾਸ ਜੀ ਨਾਨਾ ਜੀ ਲੱਗਦੇ ਸਨ। ਬਚਪਨ ਦੀਆਂ ਅਨੇਕਾਂ ਸਾਖੀਆਂ ਤੋਂ ਪਤਾ ਲੱਗਦਾ ਹੈ ਕਿ ਖੇਡਦੇ ਖੇਡਦੇ ਨਾਨਾ ਗੁਰੂ ਦਾ ਪਿਆਰ ਹਾਸਲ ਕਰਨ ਦੇ ਲਈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨਾਨਾ ਗੁਰੂ ਦੀ ਗੋਦ ਵਿੱਚ ਜਾ ਬੈਠੇ ਨੇ। ਮਾਤਾ ਭਾਨੀ ਜੀ ਕਾਹਲੀ ਨਾਲ ਆ ਕੇ ਬੱਚੇ ਨੂੰ ਚੁੱਕਣ ਲੱਗੇ ਨੇ, ਪਰ ਨਾਨਾ ਗੁਰੂ ਧੰਨ ਗੁਰੂ ਅਮਰਦਾਸ ਜੀ ਤ੍ਰਿਕਾਲਦਰਸ਼ੀ ਸਤਿਗੁਰੂ ਜੀ ਨੇ ਇਹ ਉਪਦੇਸ਼ ਦਿੱਤਾ ਹੈ, ਭਾਨੀਏ ਇਹ ਦੋਹਤਾ केवल एक दुनियावी दोहता नहीं, बल्कि दोहता बाणी का बोहता, ये बाणी का जहाज होएगा। प्रिंसीपल सुखवीर सिंह जी लिखते हैं कि मैकालफ ने अपने ढंग के नाल लिखा है कि गुरु अमरदास जी ने पानी का बोहता कहा सी। वो अर्थ कढ़ते हैं मैकालफ कि उन्हों का कहने का मतलब सी धन गुरु अमरदास जी का कि गुरु अर्जन देव जी महाराज की पावन बाणी संसार सागर तो तरन दे लई एक जहाज का काम करेगी। यही कारण है कि भट्ट साहिबान ने भी अपनी पावन बाणी विच ये गल लिख दी थी, भन मतरा मूर्त सदा फिर लाए चित सम्मुख रहो, कलयुग जहाज अर्जन गुरु सगल श्रेष्ठ लग बेहतरो। बचपन दे विच जदों सतगुरु गुरु अर्जन देव जी महाराज जी दे दर्शन करते हैं तो भट्ट साहिबान ने अपनी पावन बाणी विच ਇਹ ਵੀ ਸਚਾਈ ਅਟਲ ਸਚਾਈ ਬਿਆਨ ਕੀਤੀ ਹੈ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਧੰਨ ਗੁਰੂ ਅਰਜਨ ਪਾਤਸ਼ਾਹ ਤੁਸੀਂ ਜਨਮ ਤੋਂ ਹੀ ਗੁਰਮਤ ਦੇ ਦੁਆਰਾ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਦੀ ਜਾਣਕਾਰੀ ਵੀ ਨੇੜਤਾ ਵੀ ਹਾਸਲ ਕਰ ਲਈ ਸੀ। ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਇਹਦੇ ਪਿੱਛੇ ਇੱਕ ਬੜਾ ਗੌਰਵਮਈ ਇਤਿਹਾਸ ਵੀ ਹੈ। ਉਹ ਇਤਿਹਾਸ कि पहले 5 गुरु साहिबान के विचों जगत गुरु गुरु नानक पातशाह तुर दरगाह तो ही गुरगद्दी के वारस बन के आए सन। दूजे गुरु धन गुरु अंगद देव जी महाराज 28 साल तक हिंदू धर्म के अनुयायी रहे और तीर्थ यात्रा देवी देवतियों की पूजा आदि कर्म कांड करते रहे। 28 साल की उम्र में धन गुरु नानक पातशाह की शरण में आए। तीजे पातशाह 62 साल की उम्र में इसे तरह का जीवन बतीत करते हुए अंत धन गुरु अंगद देव जी महाराज की शरण में आए। चौथे पातशाह 7 साल की उम्र में जदों यतीमी की हालत में अपने नानके पिंड बसर के पहुंचे तो धन गुरु अमरदास जी महाराज दी बख्शिशां के पात्र बने और बचपन तो ही 7 साल की उम्र के धन गुरु रामदास जी महाराज नूं धन गुरु अमरदास जी दी बख्शिशां प्राप्त हुई। सो जो भट्ट साहिबान ने ये गल लिखी है कि तैं जनमत गुरमत ब्रह्म पछाणियो, ये अटल सच्चाई है। पहले गुरगद्दी के वारस धन गुरु अर्जन देव जी महाराज सन, जिन्हां दा जन्म नाना गुरु धन गुरु अमरदास जी महाराज की बेटी के घर बीबी भानी जी के घर होया। तो गुरु अर्जन देव जी महाराज बचपन तो ही गुरु सवारे गुरु प्यारे वातावरण दे विच उन्हां दी पालना पोषणा हुई है। गुरगद्दी के योग बनाने के लिए ही धन गुरु अमरदास जी नाना गुरु ने, धन पिता गुरु रामदास सच्चे पातशाह ने वर्तमान विच वरतदा होवनहार सोई परवाना कि गुरसिख ने वर्तमान विच जीवन बतीत करना है, बीत चुके दी चिंता नहीं करनी, आने वाले समय का झोरा नहीं करना, बल्कि
ਗੁਰਮੁਖ ਸੁਖ ਪਲ ਸਹਿਜ ਘਰ ਵਰਤਮਾਨ ਅੰਤਰ ਪ੍ਰਤੰਦਾ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਉਸ ਦੇ ਸਮੇਂ ਦੇ ਹਾਣੀ ਬਣਾਉਣ ਲਈ ਹਰ ਕਿਸਮ ਦੀ ਵਿਦਿਆ ਦਾ ਵਿਸ਼ੇਸ਼ ਪ੍ਰਬੰਧ ਕੀਤਾ ਹੈ। ਗੁਰਮੁਖੀ ਅੱਖਰਾਂ ਦਾ ਗਿਆਨ ਅਤੇ ਗੁਰਮੁਖ ਫਿਲਾਸਫੀ ਦੇ ਲਈ ਜਾਣਕਾਰੀ ਦੇਣ ਦੇ ਲਈ ਧੰਨ ਗੁਰੂ ਅਮਰਦਾਸ ਜੀ ਪਿਤਾ ਗੁਰੂ ਰਾਮਦਾਸ ਜੀ ਦੀ ਸਰਪ੍ਰਸਤੀ ਦੇ ਵਿੱਚ ਬਾਬਾ ਬੁੱਢਾ ਜੀ ਦੀ ਡਿਊਟੀ ਲਾਈ ਗਈ ਹੈ। ਗਣਿਤ ਇਤਿਹਾਸ ਵਿੱਚ ਲਿਖਿਆ ਉਹਨਾਂ ਦੇ ਮਾਮੇ ਬਾਬਾ ਮੋਹਰੀ ਜੀ ਦੀ ਡਿਊਟੀ, ਜੋ ਬਹੁਤ ਗਿਆਤਾ ਸਨ, ਬਹੁਤ ਵੱਡੇ ਉਸ ਵੇਲੇ ਦੇ ਆਪਣੇ ਸਮੇਂ ਦੇ, ਉਹ ਗਣਿਤ ਦੇ ਮਸ਼ਹੂਰ ਸਨ। ਇਸੇ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਜੀ ਨੂੰ ਦੇਵਨਾਗਰੀ ਪਿੰਡ ਦੇ ਪਾਂਧੇ ਨੇ ਪੜ੍ਹਾਈ ਹੈ। ਸੰਸਕ੍ਰਿਤ ਪੰਡਿਤ ਬੇਣੀ ਜੀ ਦੀ ਡਿਊਟੀ ਲਾਈ ਗਈ ਔਰ ਗੁਰਮਤਿ ਦੇ ਹੋਰ ਪੱਖਾਂ ਤੋਂ ਜਾਣੂ ਕਰਵਾਉਣ ਦੇ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਵਰਗਿਆਂ ਦੀਆਂ ਸੇਵਾਵਾਂ ਪਿਤਾ ਗੁਰੂ ਰਾਮਦਾਸ ਜੀ ਮਹਾਰਾਜ ਤੇ ਨਾਨਾ ਗੁਰੂ ਜੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਲਈਆਂ ਹਨ। ਦਾਤ ਸਭ ਤੋਂ ਵੱਡੀ ਕੀਰਤਨ ਦੀ ਦਾਤ ਤੁਰ ਦਰਗਾਹ ਤੋਂ ਹੀ ਗੁਰਮੁਖ ਪਾਈ ਦਾਤ ਇਲਾਹੀ ਦੇ ਮਹਾਂਵਾਕ ਅਨੁਸਾਰ ਗੁਰੂ ਅਰਜਨ ਦੇਵ ਜੀ ਮਹਾਰਾਜ ਕੀਰਤਨ ਆਪ ਹੀ ਕਰਨ ਲੱਗ ਪਏ ਸਨ। ਪ੍ਰਿੰਸੀਪਲ ਸੁਰਵੀਰ ਸਿੰਘ ਜੀ ਲਿਖਦੇ ਨੇ, ਸਰਮਾਇਆ ਈਸ਼ਵਰ ਦੇ ਲਿਖਾਰੀ ਨੇ ਲਿਖਿਆ ਹੈ ਕਿ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਰੰਦਾ ਬਹੁਤ ਸੁੰਦਰ ਵਜਾਉਂਦੇ ਸਨ। ਰਾਗਾਂ ਦੇ ਕਿਤਨੇ ਮਾਹਰ ਸਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਬਾਣੀ ਵਿੱਚ ਵਰਤੇ ਗਏ 31 ਰਾਗਾਂ ਦੇ ਵਿੱਚੋਂ 30 ਰਾਗਾਂ ਵਿੱਚ ਬਾਣੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪ ਉਚਾਰਨ ਕੀਤੀ ਹੈ। ਇਹਦਾ ਮਤਲਬ 30 ਰਾਗਾਂ ਦਾ ਸੱਚੇ ਪਾਤਸ਼ਾਹ ਕੀਰਤਨ ਵਿੱਚ ਮਸ਼ਹੂਰ ਔਰ ਬੜਾ ਸ਼ੌਂਕ ਰੱਖਦੇ ਸਨ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਪਾਵਨ ਬਾਣੀ ਵਿੱਚੋਂ ਜਦੋਂ ਅਸੀਂ ਇਹ ਪੜ੍ਹਦੇ ਹਾਂ ਕਿ ਕੀ ਇਹ ਕਰਮ ਅਨੇਕਾ, ਭਾਵ ਅਨੇਕਾਂ ਕਿਸਮ ਦੇ ਕਰਮ ਕਾਂਡ ਧਰਮ ਕਰਨ ਵਾਲੇ और सतगुरु गुरु अर्जन देव जी महाराज के पावन बचन बहुत शास्त्र बहुत सिमरती पेखे सर्व कंडोल पूज सुनाही हर हरे नानक नाम अमोल। ये तुकां दसदियां ने धन गुरु अर्जन देव जी महाराज ने चढ़दी जवानी दे विच 18 साल की उम्र तो पहला सारे धर्मां की कंपैरेटिव स्टडी भी धन गुरु अर्जन देव जी महाराज ने कर ली सी। धन गुरु अर्जन देव जी महाराज शास्त्र विद्या नेजाबाजी तीरंदाजी और युद्ध कला के कितने प्रवीर सन, इस गल का पता उस वेले लगता है जदों आनंद कारज के लिए 1599 ईस्वी विच जंज मौसा विखे गई है और मौसा तहसील फलोर जिला जलंधर के वासी भाई कृष्ण चंद जी उन्होंने सौरा साहब का नाम सी। उन्हों की बेटी माता गंगा जी ने जो ब्याह के लिए गए तो पिंड वासियों ने आम ही व्यक्ति समझ के गुरु अर्जन देव जी महाराज की पहचान नहीं कर सके। ये शर्त ला दी मखौल दे विच कि साडे तां आनंद कारज तो पहला आउण वाले ब्याहदड़ नूं जां लाड़े नूं पहला युद्ध विद्या के करतब दसने पैंदे ने। कहंदे ने उन्होंने एक शरारत की, खुले मैदान दे विच एक जंडी का बूटा उपर तो कट के जड़ां विच ही रहन दित्तियां और ये शर्त लाई गई कि घोड़सवारी के करतब दसने हैं। पर सतगुरु अगमगाध पुरख केड़ा झले गुरु की झाला वो की जानन कि गुरु अर्जन पातशाह तां प्रतख हर हन। धन गुरु अर्जन देव जी महाराज ने अपनी योग्यता दसते हुए शास्त्र विद्या के कमाल की और घोड़ा सरपट दौड़ाते हुए ऐनी जोर की नाल बरछा किली दे विच मारिया कि वह जड़ा समेत किली पुट के रख दी। इस गल तो पता लगता है कि धन गुरु अर्जन देव जी महाराज शास्त्र विद्या युद्ध विद्या तीरंदाजी ते उस वेले की हर किस्म की विद्या विच हर पक्षों प्रवीण सन। गुरु अर्जन देव जी महाराज का परिवार बारे जानकारी लैनी होवे उन्हां दे वड्डे भराता बाबा प्रीति चंद जी ते बाबा महादेव जी सन। आनंद कारज माता गंगा जी नाल होया। सतगुरु जी की संतान इको एक होनहार बेटा दल भंजन गुरु सूरमा वडयोधा परोपकारी गुरु हरगोबिंद साहब इको एक उन्होंने बेटे सन। क्योंकि बहुत विशाल जीवन इतिहास है, असीं संक्षेप करते हुए ये गल आप जी नूं दस देना चाहते हाँ। 28 अगस्त सन 1581 ईस्वी नूं जदों धन गुरु अर्जन देव जी की उम्र 18 साल की सी, तख्त वह तख्ते की लायक दे सिद्धांत के अनुसार अपने बड़े पुत्र प्रीति चंद ते बाबा महादेव नूं गुरगद्दी के योग ना जान के धन गुरु रामदास सच्चे पातशाह ने
ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗੁਰਗੱਦੀ ਤੇ ਬਿਰਾਜਮਾਨ ਕੀਤਾ ਹੈ ਅਤੇ ਆਪ 1 ਸਤੰਬਰ 1581 ਨੂੰ ਸਤਿਗੁਰੂ ਜੀ ਸੱਚਖੰਡ ਪਿਆਨਾ ਕਰ ਗਏ ਹਨ। ਸਤ ਸੰਗਤ ਇੱਥੇ ਗੱਲ ਜਾਣ ਲੈਣੀ ਚਾਹੀਦੀ ਹੈ ਕਿ ਗੁਰਗੱਦੀ ਦੀ ਜ਼ਿੰਮੇਵਾਰੀ 6 ਗੁਰੂ ਸਾਹਿਬਾਨ ਦੇ ਸਮੇਂ ਸਰੀਰਕ ਤੌਰ ਤੇ 8 ਗੁਰੂ ਸਾਹਿਬਾਨ ਦੇ ਸਰੀਰਕ ਦਰਸ਼ਨ ਤੇ 5 ਗੁਰੂ ਸਾਹਿਬਾਨ ਨੂੰ ਗੁਰਗੱਦੀ ਦੇਣ ਵਾਲੇ ਬਾਬਾ ਬੁੱਢਾ ਜੀ ਵੀ ਉਸ ਪਦਵੀ ਤੇ ਨਹੀਂ ਪਹੁੰਚ ਸਕੇ। ਇਹਦਾ ਮਤਲਬ ਨਾਨਕ ਸੋਧੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ, ਕਿ ਗੁਰੂ ਦੀ ਪਦਵੀ ਸਰਵਉੱਚ ਹੈ। ਵੈਸੇ ਅਕਾਲ ਪੁਰਖ ਵਾਹਿਗੁਰੂ ਅਸੀਂ ਗੁਰਵਰ ਅਕਾਲ ਕਹਿੰਦੇ ਹਾਂ ਸ਼ਬਦ, ਗੁਰ ਬਰਾਬਰ ਅਕਾਲ। ਗੁਰਵਰ ਅਕਾਲ ਦਾ ਮਤਲਬ ਹੈ ਕਿ ਗੁਰੂ ਹੀ ਅਕਾਲ ਪੁਰਖ ਵਾਹਿਗੁਰੂ ਦੇ ਬਰਾਬਰ ਹੈ। ਸੋ ਇਹ ਗੱਦੀ ਵਿਸ਼ੇਸ਼ ਸੀ, ਇੱਥੇ ਕੋਈ ਲਿਹਾਜ਼ ਨਹੀਂ, ਇੱਥੇ ਤੱਕ ਯੋਗਤਾ ਦੀ ਕਸਵੱਟੀ ਤੇ। ਜੇ ਪਹਿਲਾਂ ਸੇਵਕ ਪ੍ਰਵਾਨ ਹੋਇਆ, ਜਦੋਂ ਅਸੀਂ 10 ਗੁਰੂ ਸਾਹਿਬਾਨ ਦੇ ਆਪਸੀ ਰਿਸ਼ਤੇ ਨਾਤੇ ਦੇਖੀਏ, ਹੈਰਾਨੀ ਹੋਵੇਗੀ ਕਿ ਪਹਿਲੇ ਦੂਜੇ ਪਾਤਸ਼ਾਹ ਦਾ ਰਿਸ਼ਤਾ ਗੁਰੂ ਤੇ ਸੇਵਕ ਦਾ ਹੈ, ਜਦਕਿ ਬਾਬਾ ਸ੍ਰੀ ਚੰਦ, ਬਾਬਾ ਲਖਮੀ ਦਾਸ ਵਰਗੇ ਲੱਖਾਂ ਸ਼ਰਧਾਲੂ ਉਹਨਾਂ ਦੇ ਉਸ ਵੇਲੇ ਸਨ ਗੁਰੂ ਨਾਨਕ ਪਾਤਸ਼ਾਹ ਦੇ ਕਰਕੇ। ਦੂਜੇ ਤੇ ਤੀਜੇ ਪਾਤਸ਼ਾਹ ਦਾ ਰਿਸ਼ਤਾ ਕੁੜਮ ਦਾ ਹੈ, ਕਿਉਂਕਿ ਧੰਨ ਗੁਰੂ ਅੰਗਦ ਦੇਵ ਜੀ ਦੀ ਬੇਟੀ ਬਾਬਾ ਅਮਰਦਾਸ ਜੀ ਨੂੰ ਵਿਆਹੀ ਹੋਈ ਸੀ। ਤੀਜੇ ਪਾਤਸ਼ਾਹ ਦਾ, ਚੌਥੇ ਪਾਤਸ਼ਾਹ ਦਾ ਰਿਸ਼ਤਾ ਪੁੱਤਰਾਂ ਦੇ ਹੁੰਦਿਆਂ ਹੋਇਆਂ ਜਵਾਈ ਨੂੰ ਗੁਰਗੱਦੀ ਦਿੱਤੀ ਜਾ ਰਹੀ ਹੈ, ਕਿਉਂਕਿ ਯੋਗਤਾ ਦੀ ਕਸਵੱਟੀ ਤੇ ਜਵਾਈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਪੂਰੇ ਉਤਰੇ ਨੇ। ਚੌਥੇ ਤੇ ਪੰਜਵੇਂ ਪਾਤਸ਼ਾਹ ਦਾ ਪਿਤਾ ਪੁੱਤਰ ਦਾ, ਪੰਜਵੇਂ ਤੇ ਛੇਵੇਂ ਪਾਤਸ਼ਾਹ ਦਾ ਪਿਤਾ ਪੁੱਤਰ ਦਾ, ਛੇਵੇਂ ਤੇ ਸੱਤਵੇਂ ਪਾਤਸ਼ਾਹ ਦਾ ਰਿਸ਼ਤਾ, ਜਦਕਿ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਵਰਗੀ ਸ਼ਖਸੀਅਤ ਕਾਇਮ ਸੀ ਕਿ ਗੁਰਗੱਦੀ ਦੇ ਵਾਰਸ ਪਹਿਲਾਂ ਪੋਤਰੇ ਗੁਰੂ ਹਰਿਰਾਏ ਸਾਹਿਬ, ਫਿਰ ਛੋਟੇ ਪੁੱਤਰ 5 ਸਾਲ ਦੀ ਉਮਰ ਤੇ ਵੱਡੇ ਨੂੰ ਛੱਡ ਕੇ, ਕਿਉਂਕਿ ਯੋਗਤਾ ਦੀ ਕਸਵੱਟੀ ਤੇ ਬਾਬਾ ਰਾਮ ਰਾਏ ਪੂਰੇ ਨਹੀਂ ਉਤਰੇ, 5 ਸਾਲ ਦੇ ਬੇਟੇ ਧੰਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੂੰ 8ਵੇਂ ਤੇ 9ਵੇਂ ਪਾਤਸ਼ਾਹ ਦਾ ਰਿਸ਼ਤਾ। ਹੈਰਾਨ ਹੋ ਗਏ ਕਿ ਪੋਤਾ ਪਹਿਲਾਂ ਗੱਦੀ ਤੇ ਬੈਠ ਰਿਹਾ ਹੈ ਤੇ ਦਾਦਾ 20 ਸਾਲ ਗੁਰਗੱਦੀ ਤੋਂ ਬਾਅਦ ਵਿੱਚ ਜ਼ਿੰਮੇਵਾਰੀ ਸੰਭਾਲੀ ਜਾ ਰਹੀ ਹੈ। 9ਵੇਂ ਤੇ 10ਵੇਂ ਪਾਤਸ਼ਾਹ ਪਿਤਾ ਪੁੱਤਰ ਦੇ ਰੂਪ ਵਿੱਚ। ਮੇਰੇ ਕਹਿਣ ਦਾ ਮਤਲਬ ਕਿ ਸੰਸਾਰ ਦੇ ਲੋਕਾਂ ਨੇ ਵੱਡੇ ਵੱਡੇ ਇਨਕਲਾਬ ਦੇਖੇ ਹੋਣਗੇ, ਪਰ ਜੋ ਇਨਕਲਾਬ ਗੁਰੂ ਨਾਨਕ ਪਾਤਸ਼ਾਹ ਨੇ ਲਿਆਂਦਾ ਉਹ ਆਪਣੀ ਮਿਸਾਲ ਆਪ ਹੈ। ਇੱਥੇ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪਣ ਵੇਲੇ ਨਾ ਜੱਦੀ ਪੁਸ਼ਤੀ ਕੋਈ ਖਿਆਲ ਰੱਖਿਆ ਗਿਆ, ਨਾ ਖੂਨੀ ਵਿਰਾਸਤ ਦਾ ਖਿਆਲ ਰੱਖਿਆ ਗਿਆ, ਬਲਕਿ ਨਾ ਸਿਰਾਂ ਦੀ ਗਿਣਤੀ ਦੇ ਨਾਲ, ਜੋ ਅੱਜ ਅਸੀਂ ਆਪਣੇ ਧਾਰਮਿਕ ਆਗੂ ਚੁਣਨ ਦੇ ਲਈ ਢੰਗ ਤਰੀਕਾ ਅਪਣਾ ਲਿਆ ਕਿ ਵੋਟਾਂ ਦੇ ਨਾਲ ਆਗੂਆਂ ਦੀ ਚੋਣ ਜਾਂ ਵੱਡੇ ਤੋਂ ਵੱਡੇ ਅਹੁਦੇ ਵਾਲੇ ਦੇ ਰਿਸ਼ਤੇਦਾਰ ਨੂੰ ਧਾਰਮਿਕ ਪਦਵੀਆਂ ਤੇ ਬਿਠਾ ਦਿੱਤਾ ਜਾਂਦਾ ਹੈ। ਜੇ ਅਸੀਂ ਆਪਣੇ ਮਹਾਨ ਵਿਰਸੇ ਨਾਲ ਜੁੜ ਕੇ ਇਹ ਜ਼ਿੰਮੇਵਾਰੀਆਂ ਵਾਲੀਆਂ ਪੋਸਟਾਂ ਤੇ ਯੋਗਤਾ ਦੇ ਆਧਾਰ ਤੇ ਹੀ ਫੈਸਲੇ ਲਈਏ ਤਾਂ ਕੌਮ ਦੀ ਚੜ੍ਹਦੀ ਕਲਾ ਹੋ ਸਕਦੀ ਹੈ। ਇਸ ਲਈ ਤਖਤ ਵਹਿ ਤਖਤੇ ਕੀ ਲਾਇਕ, ਪੰਜ ਸਮਾਏ ਗੁਰਮਤਿ ਪਾਏ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੋਤੀ ਜੋਤ ਸਮਾ ਗਏ ਹਨ। ਗੁਰਗੱਦੀ ਤੇ ਗੁਰੂ ਅਰਜਨ ਪਾਤਸ਼ਾਹ ਬਿਰਾਜਮਾਨ ਹੋਏ ਨੇ ਤੇ ਦਸਤਾਰਬੰਦੀ ਵਾਲੇ ਦਿਨ ਇਤਿਹਾਸ ਦੇ ਵਿੱਚ ਲਿਖਿਆ ਬਹੁਤ ਵੱਡਾ ਇਕੱਠ ਹੋਇਆ, ਪਰ ਇਸ ਇਕੱਠ ਦੇ ਵਿੱਚ ਬਾਬਾ ਪ੍ਰੀਤੀ ਚੰਦ, ਜਿਸ ਦੀ ਪਹਿਲਾਂ ਹੀ ਨੀਤ ਮਾੜੀ ਸੀ, ਉਹਨੇ ਝਗੜਾ ਖੜਾ ਕਰ ਦਿੱਤਾ ਹੈ ਕਿ ਧੰਨ ਗੁਰੂ ਰਾਮਦਾਸ ਪਿਤਾ ਜੀ ਗੁਰਗੱਦੀ ਮੈਨੂੰ ਦੇ ਰਹੇ ਸਨ। ਪਰ ਸੰਗਤਾਂ ਇਸ ਗੱਲ ਤੋਂ ਭਲੀ ਭਾਂਤ ਜਾਣੂ ਸਨ ਕਿ ਹੁੰਦੇ ਪ੍ਰਤੱਖ ਸਤਿਗੁਰ ਪ੍ਰਤੱਖ ਹੁੰਦੇ ਮੈਂ ਰਾਜ ਆਪ ਟਿਕਾਇਆ। ਆਪਣੇ ਜੀਵਤ ਸਮੇਂ ਦੇ ਵਿੱਚ ਹੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਗੁਰਗੱਦੀ ਤੇ ਯੋਗ ਜਾਣ ਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗੁਰਗੱਦੀ ਤੇ ਵਿਰਾਜਮਾਨ ਕਰ ਦਿੱਤਾ ਸੀ। ਦੂਰ ਅੰਦੇਸ਼ੀ, ਸ਼ਾਂਤੀ ਦੇ ਪੁੰਜ, ਤਿਆਗ ਦੀ ਮੂਰਤ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਾਈਚਾਰੇ ਦੀ ਦਸਤਾਰ ਬਾਬਾ ਪ੍ਰੀਤੀ ਚੰਦ ਨੂੰ ਦੇਣ ਦਾ ਆਪ ਹੀ ਫੈਸਲਾ ਕੀਤਾ ਤੇ ਗੁਰਗੱਦੀ ਦੀ ਜ਼ਿੰਮੇਵਾਰੀ ਦੀ ਦਸਤਾਰ ਪਹਿਲਾਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਸੰਗਤਾਂ ਜਾਣੂ ਸਨ, ਰਿਸ਼ਤੇਦਾਰ ਸਾਥ ਸੰਬੰਧੀ। ਇਸ ਲਈ ਗੁਰਗੱਦੀ ਦੀ ਜ਼ਿੰਮੇਵਾਰੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੰਭਾਲ ਲਈ। ਪਰ ਬਾਬਾ ਪ੍ਰੀਤੀ ਚੰਦ ਦੇ ਝਗੜੇ ਨੂੰ ਦੇਖਦਿਆਂ ਹੋਇਆਂ ਉਸ ਵੇਲੇ ਰੱਬੀ ਰਬਾਬੀ 11 ਭੱਟ ਸਾਹਿਬਾਨ ਵੀ ਮੌਕੇ ਤੇ ਹਾਜ਼ਰ ਸਨ। ਜਦੋਂ ਝਗੜਾ ਵਧਾ ਰਿਹਾ ਸੀ, ਸੰਗਤਾਂ ਵਿੱਚ ਚਰਚਾ ਸੀ, ਕਿਸੇ ਨੇ ਪੁੱਛ ਲਿਆ, ਭੱਟ ਭਿੱਖਾ ਜੀ ਤੁਸੀਂ ਕੀ ਕਹਿੰਦੇ ਹੋ ਕਿ ਗੁਰਗੱਦੀ ਦੇ ਵਾਰਸ ਕੌਣ ਨੇ, ਗੁਰਗੱਦੀ ਦੇ ਲਾਇਕ ਕੌਣ ਨੇ? ਭੱਟ ਸਾਹਿਬਾਨ ਨੇ ਜੋ ਉਸ ਵੇਲੇ ਆਪਣਾ ਨਿਰਣਾ ਦਿੱਤਾ, ਉਹ ਵਿੱਚ ਭੱਟ ਭਿੱਖਾ ਜੀ ਨੇ ਇਹ ਗੱਲ ਆਖੀ ਸੀ ਕਿ ਅਸੀਂ ਪਿਛਲੇ 1 ਸਾਲ ਤੋਂ ਕਿਸੇ ਕਾਮਲ ਮਹਾਂਪੁਰਸ਼ ਨੂੰ ਲੱਭ ਰਹੇ ਸਾਂ, ਸਾਡਾ 1 ਸਾਲ ਬੀਤ ਗਿਆ,
बड़े साध संत महापुरुष देखे, पर धन गुरु अर्जन देव जी महाराज की पावन शख्सियत देख के ਅਸੀਂ ਕਹਿ ਸਕਦੇ ਹਾਂ कि धन गुरु रामदास सच्चे पातशाह का फैसला धन गुरु अर्जन देव जी महाराज के पक्ष। उन्होंने पावन बचन रहो संत हो टोल, साध को तेरे डिठे, सन्यासी तपस्या मुखों पंडित मिठे, वर्षे को फिरो किन्हें नो परचो लायो, कहत्या कहती सुनी रहत को खुशी ना आयो, हर नाम छोड़ दूजे लगे, तिनके गुण हो क्या कहूं, गुरदेव मिलाया पिख्या, जीव तू रखे ਤਿਵ ਰਹੋ। ਧੰਨ ਗੁਰੂ ਅਰਜਨ ਪਾਤਸ਼ਾਹ, ਹੁਣ ਅਸੀਂ ਆਪਣਾ ਆਪਾ ਤੁਹਾਡੇ ਅੱਗੇ ਸਮਰਪਿਤ ਕਰ ਦਿੱਤਾ ਹੈ, ਤੁਹਾਡਾ ਹੁਕਮ ਮੰਨਣ ਦੇ ਲਈ ਅਸੀਂ ਤਿਆਰ ਬਰ ਤਿਆਰ ਖੜੇ ਹਾਂ। ਜਦੋਂ ਭੱਟ ਮਤਰਾ ਜੀ ਤੋਂ ਪੁੱਛੀ ਸਲਾਹ, ਉਹਨਾਂ ਨੇ ਵੀ ਇਸ ਗੱਲ ਦੀ ਗਵਾਹੀ ਭਰੀ ਹੈ ਕਿ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ, ਹਰ ਸਿੰਘਾਸਨ ਦਿਓ ਸ੍ਰੀ ਗੁਰੂ ਤੈ ਬੈਠਾਇਓ, रहस कियो सुरदेव तोहे जस जय जय जंपे, असुर गए ते भाग पाप तिन भीतर कंपे, काटे सो पाप तिन नरों के, गुरु रामदास जिन पायो, छत्र सिंहासन पृथ्वी गुरु अर्जन को दे आए। धन गुरु अर्जन पातशाह जी ने बाबा ਪ੍ਰਿਥੀ ਚੰਦ ਦੀ ਈਰਖਾ ਦੇ ਭਾਂਬੜ ਸ਼ਾਂਤ ਕਰਨ ਦੇ ਲਈ ਜਲਦੀ ਹੀ ਫੈਸਲਾ ਕਰ ਲਿਆ ਕਿ ਧਰਮ ਪ੍ਰਚਾਰ ਦੇ ਅਗਲੇ ਕੇਂਦਰ ਦੀ ਸੰਭਾਲ ਤੇ ਧਰਮ ਪ੍ਰਚਾਰ ਦੇ ਲਈ ਅੰਮ੍ਰਿਤਸਰ ਜਾਣ ਦਾ ਫੈਸਲਾ ਕੀਤਾ। ਪਰ ਪ੍ਰਿਥੀ ਚੰਦ ਆਪਣੀਆਂ ਚਾਲਾਂ ਤੋਂ ਬਾਜ਼ ਨਹੀਂ ਆ ਰਿਹਾ ਸੀ। ਪ੍ਰਿਥੀ ਚੰਦ ਵੀ ਨਾਲ ਤਿਆਰ ਹੋ ਗਿਆ, ਉਹਨੇ ਵੀ ਬਰਾਬਰ ਤੇ ਜਾ ਕੇ ਗੱਦੀ ਲਾਉਣ ਦੀ ਕੋਸ਼ਿਸ਼ ਕੀਤੀ। ਧੰਨ ਗੁਰੂ ਨਾਨਕ ਪਾਤਸ਼ਾਹ ਦੇ ਪੋਤਰੇ ਬਾਬਾ ਲక్ష్ਮੀ ਦਾਸ ਦੇ ਪੁੱਤਰ ਬਾਬਾ ਮੇਹਰ ਚੰਦ ਤੇ ਬਾਬਾ ਮਾਨਕ ਚੰਦ ਜੀ ਨੇ ਕਹਿੰਦੇ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪ੍ਰਿਥੀ ਚੰਦ ਨੂੰ, ਪਰ ਲਾਲਚੀ ਬੰਦਾ ਜੋ ਹੈ ਉਹ ਆਪਣੇ ਮਕਸਦ ਦੇ ਲਈ ਵੱਡੇ ਤੋਂ ਵੱਡੇ ਗੁਨਾਹ ਕਰਨ ਦੇ ਲਈ ਵੀ ਤਿਆਰ ਹੁੰਦਾ। ਸ਼ਾਇਦ ਇਹੀ ਕਾਰਨ ਸੀ ਬਾਬਾ ਪ੍ਰਿਥੀ ਚੰਦ ਦੀ ਵਿਰੋਧਤਾ ਦੇਖ ਕੇ ਸਿੱਖ ਇਤਿਹਾਸ ਦੇ ਵਿੱਚ ਪ੍ਰਿਥੀ ਚੰਦ ਨੂੰ ਮੀਣਾ ਲਫ਼ਜ਼ ਵਰਤਿਆ ਹੈ। ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਨੇ ਗੁਰਮਤਿ ਮਾਰਤੰਡ ਦੇ ਵਿੱਚ ਮੀਣੇ ਦਾ ਅਰਥ ਕਰਦੇ ਹੋਏ ਲਿਖਿਆ ਹੈ ਕਿ ਮੀਣਾ ਦਾ ਮਤਲਬ ਮਿੰਨਾ, ਧੋਖੇਬਾਜ਼ ਜਾਂ ਕਪਟੀ। ਮਾਲਵੇ ਦੇ ਵਿੱਚ ਬਿਨਾਂ ਸਿੰਘਾਂ ਤੋਂ ਬਲਦ ਨੂੰ ਵੀ ਮੀਣਾ ਕਹਿੰਦੇ ਨੇ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਪਾਵਨ ਰਚਨਾ ਦੇ ਵਿੱਚ ਪ੍ਰਿਥੀ ਚੰਦ ਬਾਰੇ ਲਿਖਿਆ ਸੀ, ਮੀਣਾ ਹੋਆ ਪ੍ਰਿਥਿਆ ਕਰ ਕਰ ਟੇਢਕ ਵਰਲ ਚਲਾਇਆ। ਪ੍ਰਿਥੀ ਚੰਦ ਜੀ ਦਰਬਾਰ ਸਾਹਿਬ ਦੇ ਬਰਾਬਰ ਆਪਣੀ ਗੱਦੀ ਲਾ ਕੇ ਸੰਗਤਾਂ ਨੂੰ ਗੁੰਮਰਾਹ ਕਰਦੇ ਰਹੇ ਔਰ ਲੋਕਾਂ ਨੂੰ ਆਪ ਗੁਰੂ ਹੋਣ ਦਾ ਢੰਡੋਰਾ ਪਿੱਟਦੇ ਰਹੇ। ਇਤਿਹਾਸ ਦੇ ਵਿੱਚ ਲਿਖਿਆ ਹੈ ਗੁਰੂ ਘਰ ਦੀ ਨਾਕਾਬੰਦੀ ਕਰ ਦਿੱਤੀ, ਪਿਟਾਵਾਂ ਆਪ ਕਾਬੂ ਕਰ ਲੈਣੀਆਂ ਤੇ ਲੰਗਰ ਆਦਿ ਦੇ ਲਈ ਰਹਿਸ਼ ਦੇ ਲਈ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲ ਨੂੰ ਸੰਗਤਾਂ ਨੂੰ ਭੇਜ ਦੇਣਾ। ਹਾਲਾਤ ਬੜੇ ਹੀ ਪੈਚੀਜਾ ਬਣ ਚੁੱਕੇ ਸਨ। ਉਸ ਵੇਲੇ ਕੁਝ ਮਸੰਦਾਂ ਨੇ ਵੀ ਪ੍ਰਿਥੀ ਚੰਦ ਦਾ ਸਾਥ ਦਿੱਤਾ ਔਰ ਇਸੇ ਚੱਕਰ ਦੇ ਵਿੱਚ ਆ ਕੇ ਬਾਬਾ ਸੱਤਾ ਤੇ ਬਾਬਾ ਬਲਵੰਡ ਜੀ ਨੇ ਵੀ ਲਾਲਚ ਦੇ ਵਿੱਚ ਆ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਬਾਕੀ ਗੁਰੂ ਸਾਹਿਬਾਨ ਦੇ ਖਿਲਾਫ ਕੁਝ ਆਪ ਸ਼ਬਦਾਵਲੀ ਬੋਲਣ ਦੀ ਗੁਸਤਾਖੀ ਵੀ ਕੀਤੀ ਹੈ। ਪਰ ਜਦੋਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪਤਾ ਲੱਗਾ ਕਿ ਇਹ ਤਾਂ ਗੁਰੂ ਨਾਨਕ ਪਾਤਸ਼ਾਹ ਤੇ ਆਦਿ ਗੁਰੂ ਪਹਿਲੇ ਗੁਰੂ ਸਾਹਿਬਾਨ ਦੇ ਬਾਰੇ ਵੀ ਸ਼ਬਦਾਵਲੀ ਗਲਤ ਬੋਲ ਰਹੇ ਨੇ, ਸਤਿਗੁਰੂ ਜੀ ਨੇ ਸਬਕ ਸਿਖਾਉਣ ਦੇ ਲਈ ਸੰਗਤਾਂ ਨੂੰ ਹੁਕਮ ਕਰ ਦਿੱਤਾ ਕਿ ਅੱਜ ਤੋਂ ਬਾਅਦ ਇਹਨਾਂ ਦਾ ਕੀਰਤਨ ਹੀ ਨਹੀਂ ਸੁਣਨਾ ਔਰ ਇਹਨਾਂ ਨੂੰ ਮੂੰਹ ਨਹੀਂ ਲਾਣਾ। ਅੰਤ ਰੋਂਦੇ ਪਿੱਟਦੇ ਭਟਕਦੇ ਉਹਨਾਂ ਨੂੰ ਅਹਿਸਾਸ ਹੋਇਆ ਆਪਣੀ ਗਲਤੀ ਦਾ ਔਰ ਭਾਈ ਲੱਧਾ ਜੀ ਪਰਉਪਕਾਰੀ ਦੇ ਰਾਹੀਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਰਨ ਵਿੱਚ ਆਏ ਨੇ। ਸੱਚੇ ਸਤਿਗੁਰੂ ਦੀ ਨਿਸ਼ਾਨੀ ਦੱਸਦੇ ਹੋਏ ਬਾਣੀ ਵਿੱਚ ਲਿਖਿਆ, ਸਤਿਗੁਰੂ ਨਿਰਵੈਰ ਪੁੱਤਰ ਛਤਰ ਸਮਾਨੇ, ਔਗਣ ਕੱਟੇ ਕਰੇ ਸ਼ੁੱਧ ਦੇਹਾ। ਗੁਰੂ ਤਾਂ ਬਖਸ਼ਣਹਾਰ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਹਨਾਂ ਨੂੰ ਬਖਸ਼ ਦਿੱਤਾ ਗਿਆ। ਅੰਤ ਪ੍ਰਿਥੀ ਚੰਦ ਦੀਆਂ ਚਾਲਾਂ ਤੋਂ ਸੁਚੇਤ ਕਰਨ ਲਈ ਭਾਈ ਗੁਰਦਾਸ ਜੀ ਬਨਾਰਸ ਤੋਂ ਆਏ। ਬਾਬਾ ਬੁੱਢਾ ਜੀ ਮੁਖੀ ਪਦਵੰਤੇ ਸਿੱਖਾਂ ਨੇ ਫੈਸਲਾ ਕੀਤਾ ਸੰਗਤਾਂ ਨੂੰ ਸੁਚੇਤ ਕੀਤਾ ਜਾਵੇ। ਜਦ ਸੰਗਤਾਂ ਨੂੰ ਅਸਲੀਅਤ ਦਾ ਪਤਾ ਲੱਗਾ, ਸੰਗਤਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਰਨ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ ਤੇ ਬਾਬਾ ਪ੍ਰਿਥੀ ਚੰਦ ਪੱਥਰਾ ਵੱਜ ਗਿਆ ਪਰ ਟਿੱਕੇ ਨਹੀਂ ਬੈਠਾ। ਆਪਣੇ ਸਹੁਰੇ ਪਿੰਡ ਲਾਹੌਰ ਦੇ ਵਿੱਚ ਜਾ ਕੇ, ਹੀਰਾ ਪਿੰਡ ਹੈ ਜਿੱਥੇ ਉਹਨੇ ਦਰਬਾਰ ਸਾਹਿਬ ਦੇ ਬਰਾਬਰ ਉਹਦਾ ਦਾ ਹੀ ਗੁਰਦੁਆਰਾ ਬਣਾ ਲਿਆ। ਸਾਧ ਸੰਗਤ ਇਹ ਚੇਤੇ ਰੱਖਣਾ ਜੋ ਅੱਜ ਸਾਡੇ ਨਾਲ ਭੇਖੀ ਲੋਕ ਕਰ ਰਹੇ ਨੇ। ਅੱਜ ਵੀ ਮਾਲਵੇ ਦੀ ਧਰਤੀ ਤੇ ਇੱਕ ਦਰਬਾਰ ਸਾਹਿਬ ਦੇ ਬਰਾਬਰ ਮਾਲਵੇ ਦਾ ਦਰਬਾਰ ਸਾਹਿਬ ਬਣਾਉਣ ਦਾ ਮਤਲਬ ਜਿਹੜਾ ਹੈ ਉਹ ਪ੍ਰਿਥੀ ਚੰਦ ਦੀਆਂ ਉਹੀ ਰੂਹਾਂ ਅੱਜ ਗੁਰੂ ਘਰਾਂ ਨਾਲ ਸਾਨੂੰ ਤੋੜ ਕੇ, ਗੁਰਮਤਿ ਨਾਲ ਤੋੜ ਕੇ, ਸ਼ਬਦ ਗੁਰੂ ਰਹਿਤ ਮਰਜ਼ਾਦਾ ਅਕਾਲ ਤਖਤ ਨਾਲ ਤੋੜ ਕੇ
ਅੱਜ ਕਿੰਨੀਆਂ ਹੀ ਪ੍ਰਿਥੀ ਚੰਦ ਦੀਆਂ ਔਲਾਦਾਂ, ਪ੍ਰਿਥੀ ਚੰਦ ਦੀਆਂ ਰੂਹਾਂ ਅੱਜ ਸੈਂਕੜਿਆਂ ਨਹੀਂ ਹਜ਼ਾਰਾਂ ਦੀ ਗਿਣਤੀ ਵਿੱਚ ਕੌਮ ਨੂੰ ਚਿੰਬੜੀਆਂ ਹੋਈਆਂ ਨੇ। ਪਰ ਜਿਸ ਤਰ੍ਹਾਂ ਦਾ ਦ੍ਰਿੜ ਵਿਸ਼ਵਾਸ ਗੁਰੂ ਦੇ ਉੱਤੇ ਸਿੱਖਾਂ ਨੇ ਜ਼ਾਹਰ ਕੀਤਾ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਵਨ ਇਤਿਹਾਸ ਤੋਂ ਸਾਨੂੰ ਇਹ ਪਤਾ ਲੱਗ ਜਾਣਾ ਚਾਹੀਦਾ। ਪ੍ਰਿਥੀ ਚੰਦ ਨੂੰ ਇੱਕ ਆਸ ਸੀ ਕਿ ਕੋਈ ਨਹੀਂ, ਜੇ ਮੈਂ ਹੁਣ ਗੁਰਗੱਦੀ ਦਾ ਵਾਰਸ ਨਹੀਂ ਬਣ ਸਕਿਆ ਤਾਂ ਆਉਣ ਵਾਲੇ ਸਮੇਂ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰ ਕਿਹੜਾ ਕੋਈ ਸੰਤਾਨ ਹੈ, ਮੇਰੀ ਸੰਤਾਨ ਮਿਹਰਬਾਨ ਜਾ ਕੇ 6ਵਾਂ ਗੁਰੂ ਬਣੇਗਾ। ਪਰ ਗੁੱਜੀ ਛੰਨੀ ਨਾਹੀ ਦਾਤ ਗੁਰੂ ਨਾਨਕ ਟੁੱਠਾ, ਗੁੱਜੀ ਛੰਨੀ ਨਾਹੀ ਬਾਤ ਗੁਰੂ ਨਾਨਕ ਟੁੱਠਾ। ਕੀਨੀ ਦਾਤ ਦੇ ਮਹਾਵਾਕ ਅਨੁਸਾਰ ਜਦੋਂ 15 ਜੂਨ ਸਨ 1595 ਈਸਵੀ ਨੂੰ ਦਲ ਪੰਜਨ ਗੁਰੂ ਸੂਰਮਾ ਬੜ ਯੋਧਾ ਪਰਉਪਕਾਰੀ ਬਾਲ ਹਰਗੋਬਿੰਦ ਜੀ ਦਾ ਜਨਮ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਗ੍ਰਹਿ ਵਿਖੇ ਹੋਇਆ ਹੈ, ਉਸ ਵੇਲੇ ਪ੍ਰਿਥੀ ਚੰਦ ਦੀ ਛਾਤੀ ਤੇ ਸੱਪ ਲੇਟ ਗਿਆ। ਬਚਪਨ ਤੋਂ ਹੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਸ਼ਹੀਦ ਕਰਨ ਦੇ ਲਈ ਇਹਨੇ ਕਈ ਚਾਲਾਂ ਚੱਲੀਆਂ। ਸਿੱਖ ਇਤਿਹਾਸ ਦੇ ਵਿੱਚ 4-5 ਹਮਲਿਆਂ ਦਾ ਜ਼ਿਕਰ ਆਉਂਦਾ ਹੈ, ਜਿਹ ਫੱਤੋ ਦਾਈ ਨੂੰ ਸਿਖਾ ਕੇ ਭੇਜਿਆ ਗਿਆ ਕਿ ਛਾਤੀ ਨੂੰ ਜ਼ਹਿਰ ਲਾ ਲਵੇ, ਪਰ ਉਹ ਜ਼ਹਿਰ ਉਲਟਾ ਉਸ ਨੂੰ ਚੜਿਆ ਤੇ ਮਰਦੀ ਮਰਦੀ ਨੇ ਦੁੱਖ ਦੇ ਵਿੱਚ ਸਾਰੀ ਗੱਲ ਦੱਸ ਦਿੱਤੀ। ਸਪੇਰੇ ਨੂੰ ਭੇਜਿਆ ਗਿਆ ਸਿੱਖਾਂ ਦੀ ਸੁਚੇਤਤਾ ਕਰਕੇ, ਸਪੇਰੇ ਦੀ ਚਾਲ ਵੀ ਜੋ ਮੱਧਮ ਪੈ ਗਈ ਉਹ ਸਫਲ ਨਹੀਂ ਹੋ ਸਕਿਆ। ਇੱਕ ਸਾਖੀ ਪ੍ਰਿੰਸੀਪਲ ਸੁਖਬੀਰ ਸਿੰਘ ਜੀ ਨੇ ਨੰਦ ਚੰਦ ਬ੍ਰਾਹਮਣ ਦਾ ਭਤੀਜਾ ਸੀ, ਉਹਨੂੰ ਮਠਿਆਈ ਦੋ ਜੇਬਾਂ ਵਿੱਚ ਪਾ ਕੇ, ਇੱਕ ਮਠਿਆਈ ਜ਼ਹਿਰ ਵਾਲੀ, ਦੂਜੀ ਏਦਾਂ ਦੇ ਹਮਲੇ ਜਿਹੜੇ ਸਮੇਂ ਤੇ ਹੁੰਦੇ ਰਹੇ। ਉਲਟਾ ਉਸ ਬੱਚੇ ਨੇ ਆਪ ਜ਼ਹਿਰ ਵਾਲੀ ਮਠਿਆਈ ਖਾ ਲਈ, ਐਸਾ ਜ਼ਿਕਰ ਇਤਿਹਾਸ ਵਿੱਚ ਆਉਂਦਾ। ਪਰ ਸਭ ਤੋਂ ਵੱਡਾ ਹਮਲਾ ਜ਼ਰ ਖਰੀਦ ਰੂਪਾ ਨਾਂ ਦਾ ਬਾਹਮਣ ਜੋ ਸੀ, ਉਹਨੂੰ ਪੈਸੇ ਦੇ ਕੇ ਬਕਾਇਦਾ ਸਿਖਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦਹੀਂ ਵਿੱਚ ਜ਼ਹਿਰ ਮਿਲਾ ਕੇ ਦੇਣ ਦੀ ਕੋਸ਼ਿਸ਼ ਕੀਤੀ ਗਈ। ਪਰ ਸਿੱਖਾਂ ਦੇ ਸੁਚੇਤ ਹੋਣ ਕਰਕੇ, ਮਾਤਾ ਜੀ ਦੇ ਸੁਚੇਤ ਹੋਣ ਕਰਕੇ ਇਹ ਵਾਰ ਵੀ ਖਾਲੀ ਗਿਆ ਤੇ ਉਹ ਦਹੀਂ ਖੋ ਕੇ ਜਦੋਂ ਕਹਿੰਦੇ ਨੇ ਕੁੱਤੇ ਨੂੰ ਪਾਇਆ ਗਿਆ, ਕੁੱਤਾ ਤੜਪ ਤੜਪ ਕੇ ਮਰ ਗਿਆ। ਉਸ ਵੇਲੇ ਇਹ ਰੂਪਾ ਬ੍ਰਾਹਮਣ ਬਹੁਤ ਸ਼ਰਮਿੰਦਾ ਹੋਇਆ। ਵੈਸੇ ਹੁੰਦੇ ਤਾਂ ਹੈ ਨਹੀਂ ਸ਼ਰਮਿੰਦੇ, ਪਰ ਗੁਰੂ ਅਰਜਨ ਦੇਵ ਜੀ ਨੇ ਉਸ ਦੀ ਗਵਾਹੀ ਭਰੀ ਹੈ, ਕਿਉਂਕਿ ਜਿੰਨਾ ਵੀ ਇਤਿਹਾਸ ਦੇ ਵਿੱਚ ਧੋਖਾ ਕੀਤਾ ਉਹ ਪੁਜਾਰੀ ਜਾਤ ਦੇ ਇਹਨਾਂ ਲੋਕਾਂ ਨੇ ਕੀਤਾ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਨਿਆਰੇ, ਨਵੇਕਲੇ, ਅਣਖ, ਇੱਜ਼ਤ ਤੇ ਗੈਰਤ ਨਾਲ ਜ਼ਿੰਦਗੀ ਸਿਖਾਉਣ ਵਾਲੇ ਧਰਮ ਦੀ ਹਮੇਸ਼ਾ ਇਸ ਪੁਜਾਰੀ ਜਾਤ ਨੇ ਵਿਰੋਧਤਾ ਕੀਤੀ, ਜੋ ਅੱਜ ਤੱਕ ਜਾਰੀ ਹੈ। ਕਹਿੰਦੇ ਨੇ ਸ਼ਰਮ ਆਈ, ਸ਼ਰਮ ਵਾਲੀ ਮੈਨੂੰ ਗੱਲ ਲੱਗਦੀ ਨਹੀਂ, ਪਰ ਗੁਰੂ ਅਰਜਨ ਪਾਤਸ਼ਾਹ ਦਾ ਇਹ ਹੁਕਮ ਮੰਨਣਾ ਪੈਣਾ ਤੇ ਮੂਲ ਨ ਲਾਗੋ ਤਿਲਕਾ ਮੂਲ, ਦੁਸ਼ਟ ਬ੍ਰਾਹਮਣ ਮੂਆ ਹੋਏ ਕੇ ਅਸੂਲ। ਤੇ ਉਹ ਸ਼ਰਮ ਦੇ ਨਾਲ ਸੂਲ ਉੱਠਾ ਐਸਾ ਕਿ ਉਸ ਬ੍ਰਾਹਮਣ ਦੀ ਵੀ ਮੌਤ ਹੋ ਗਈ। ਸੋ ਐਸੇ ਹਮਲਿਆਂ ਤੋਂ ਬਾਅਦ ਪ੍ਰਿਥੀ ਚੰਦ ਦੇ ਅੱਗ ਦੇ ਭਾਂਬੜ ਹੋਰ ਬਲ ਗਏ। ਉਹਨੇ ਸੋਚਿਆ ਕਿ ਰਾਜਨੀਤਿਕ ਤੌਰ ਤੇ, ਜਿੱਦਾਂ ਅੱਜ ਵੀ ਸਾਡੇ ਜਿਹੜੇ ਐਸੇ ਲੋਕ ਨੇ ਧਾਰਮਿਕ ਬਾਣੇ ਪਾ ਕੇ ਏਜੰਸੀਆਂ ਦੀ ਏਜੰਟੀ ਕਰ ਰਹੇ ਨੇ, ਉਹ ਹਰ ਮੋੜ ਤੇ ਜਾ ਕੇ ਕੌਮ ਨੂੰ ਧੋਖਾ ਦੇਣਾ, ਕੌਮ ਦੇ ਨਿਆਰੇਪਣ ਨੂੰ ਚੈਲੰਜ ਕਰਨਾ, ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬਰਾਬਰ ਕੋਈ ਹੋਰ ਹਸਤੀ ਖੜੀ ਕਰਨੀ। ਅੱਜ ਵੀ ਇਦਾਂ ਦੀਆਂ ਚਾਲਾਂ ਜਿਹੜੀਆਂ ਹੈ ਉਹ ਪ੍ਰਿਥੀ ਚੰਦ ਦੀ ਚਾਲਾਂ ਚੱਲੀਆਂ ਹੋਈਆਂ ਨੇ ਤੇ ਸੁਲੀ ਖਾਨ ਨੂੰ ਚੜਾ ਲਿਆ। ਸੁਲੀ ਖਾਨ ਬੜਾ ਹੰਕਾਰੀ ਸੀ। ਜਦੋਂ ਪਤਾ ਲੱਗਾ ਹੈ ਸਿੱਖਾਂ ਨੂੰ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਪਾਵਨ ਸ਼ਰਨ ਦੇ ਵਿੱਚ ਜਾ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ, ਸੁਲੀ ਖਾਨ ਜਰਨੈਲ ਬੜਾ ਹੰਕਾਰੀ ਜ਼ਾਲਮ ਹੈ, ਸਾਨੂੰ ਕੁਛ ਨਾ ਕੁਛ ਉਦਮ ਕਰਨਾ ਚਾਹੀਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਸੰਗਤਾਂ ਨੂੰ ਇਹ ਅਪੀਲ ਕੀਤੀ ਕਿ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਕੇਵਲ ਅਰਦਾਸ ਹੀ ਕਰੀਏ। ਗੁਰੂ ਅਰਜਨ ਪਿਤਾ ਨੇ ਆਪ ਲਿਖਿਆ ਹੈ ਕਿ ਮੈਨੂੰ ਬੜੀਆਂ ਸਲਾਹਾਂ ਦਿੱਤੀਆਂ। ਪਹਿਲੀ ਸਲਾਹ ਇਹ ਸੀ, ਪ੍ਰਥਮੇ ਮਤਾ ਜੇ ਪੱਤਰੀ ਖਿਲਾਵੋ, ਸੱਚੇ ਪਾਤਸ਼ਾਹ ਕੋਈ ਚਿੱਠੀ ਪੱਤਰ ਕਰ ਲਈਏ। ਦੂਤੀਏ ਮਤਾ ਦੋਈ ਮਾਨਕ ਪਹੁੰਚਾਵੋ, ਅਸੀਂ ਪੰਚਾਇਤੀ ਰੂਪ ਦੇ ਵਿੱਚ ਕੋਈ ਪਤਵੰਤੇ ਭੇਜੀਏ ਤਾਂ ਕਿ ਇਹ ਸੁਲਹੀ ਖਾਂ ਵਾਪਸ ਚਲਾ ਜਾਵੇ। ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਤ੍ਰਿਤੀਏ ਮਤਾ ਕਿਛ ਕਰੋ ਪਾਇਆ। ਜਿਹੜਾ ਵੀ ਕੋਈ ਆਉਂਦਾ ਸੀ ਕਹਿੰਦਾ ਸੀ ਮਹਾਰਾਜ ਕੋਈ ਨਾ ਕੋਈ ਉਪਾਅ ਕਰਨਾ ਚਾਹੀਦਾ ਹੈ। ਪਰ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਧਿਆਇਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕੀਤੀ। ਉਹ ਤਾਂ ਆਪ ਜੋਤ ਰੂਪ ਹਰ, ਆਪ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਪ੍ਰਤੱਖ ਹਰ ਸਨ। ਪਰ ਸਾਨੂੰ ਸੇਧ ਦੇਣ ਦੇ ਲਈ ਸੱਚੇ ਪਾਤਸ਼ਾਹ ਨੇ ਕੀਤਾ ਕਿ ਜਦੋਂ ਵੀ ਕੋਈ ਵਿਪਤਾ ਸਿੱਖ ਤੇ ਆਉਂਦੀ ਹੈ, ਸਿੱਖ ਨੇ ਕੋਈ ਹੋਰ ਯਤਨ ਨਹੀਂ ਕਰਨਾ, ਹਾਂ ਉਦਮ ਕਰਨਾ ਹੈ। ਜ਼ਾਲਮ ਦਾ
ਜ਼ਬਰ ਦਾ ਮੁਕਾਬਲਾ ਕਰਨ ਦੇ ਲਈ ਜੋ ਦਸਵੇਂ ਪਾਤਸ਼ਾਹ ਨੇ ਅੰਤਮ ਰੂਪ ਦਿੱਤਾ, ਉਹਦੇ ਮੁਤਾਬਕ ਜਦੋਂ ਸਾਰੇ ਹੀਲੇ ਵਸੀਲੇ ਖਤਮ ਹੋ ਜਾਣ, ਉਦੋਂ ਸਿੱਖ ਨੇ ਚੂੰਕਾਰ ਰਾਗ ਹਮਾਹੀ ਉੱਤੇ ਦਰਗੁਜਾ ਹਲਾਲ ਅਸਤਬੁਰਦਨ ਬਾ ਸ਼ਮਸ਼ੀਰੇ ਦਸਤ, ਉਸ ਲਈ ਤਲਵਾਰ ਦੀ ਮੁੱਠ ਨੂੰ ਹੱਥ ਪਾਉਣਾ ਹੈ। ਪਹਿਲੇ ਨੰਬਰ ਤੇ ਗੱਲਬਾਤ ਦੇ ਰਾਹੀਂ ਹੀ ਮਸਲੇ ਹੱਲ ਕਰਨੇ ਨੇ, ਪਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਓਟ ਆਸਰਾ ਕਦੇ ਵੀ ਨਹੀਂ ਛੱਡਣਾ। ਅੱਜ ਸਾਡੇ ਹੀ ਕਈ ਪ੍ਰਚਾਰਕ ਵੀਰ ਕਹਿਣ ਲੱਗ ਪਏ ਨੇ ਅਰਦਾਸ ਦੀ ਕੀ ਲੋੜ ਹੈ, ਉਹ ਤਾਂ ਸਾਡੇ ਵਿੱਚ ਹੀ ਹੈ, ਉਹ ਕਰਨਾ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਇਹ ਪਾਵਨ ਬਚਨ ਕਿ ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਧਿਆਇਆ, ਇਹ ਸਾਡਾ ਮਾਰਗਦਰਸ਼ਨ ਕਰਦੇ ਨੇ ਕਿ ਕਿਵੇਂ ਅਕਾਲ ਪੁਰਖ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਗੱਲਬਾਤ ਦੇ ਰਾਹੀਂ ਪਹਿਲਾਂ ਪਿਆਰ ਨਾਲ ਸਤਿਕਾਰ ਨਾਲ, ਤੇ ਜੇ ਨਹੀਂ ਲੋਟ ਆਉਂਦਾ ਰਸਤਾ ਤਾਂ ਫਿਰ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਸੀ ਫਿਰ ਜ਼ਬਰ ਦਾ ਮੁਕਾਬਲਾ ਤਲਵਾਰ ਦੇ ਨਾਲ ਕਰਨ ਦੇ ਲਈ ਤਿਆਰ ਰਹਿਣਾ ਹੈ। ਦੂਜਾ ਹਮਲਾ ਫਿਰ ਪ੍ਰਿਥੀ ਚੰਦ ਦੇ ਚੁੱਕੇ ਚੁਕਾਏ। ਇਹ ਸਾਖੀ ਆਪ ਜਾਣਦੇ ਹੋ, ਮੈਂ ਸੰਖੇਪ ਕਰ ਲਵਾਂ ਕਿ ਇਹ ਸੁਲੀ ਖਾਂ ਅੰਕਾਰ ਦੇ ਵਿੱਚ ਆ ਕੇ ਬਾਬਾ ਪ੍ਰਿਥੀ ਚੰਦ ਦੇ ਪੱਠੇ ਦੇਖਣ ਲਈ ਗਿਆ, ਘੋੜਾ ਪੱਠੇ ਤੇ ਚੜਾਤਾ, ਸਾਰੀ ਕਹਾਣੀ ਦਾ ਤੁਹਾਨੂੰ ਪਤਾ ਹੈ, ਔਰ ਉਹ ਅੱਗ ਦੇ ਵਿੱਚ ਸੜ ਕੇ ਮਰ ਗਿਆ। ਸਤਿਗੁਰੂ ਜੀ ਨੇ ਸ਼ੁਕਰਾਨਾ ਅਕਾਲ ਪੁਰਖ ਦਾ ਕੀਤਾ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀ ਨਾ ਪਹੁੰਚੇ, ਸੁਲਹੀ ਹੋਏ ਮੂਆ ਨਾਪਾਕ, ਕਾੜ ਕੋਠਾਰ ਕੁਹਾੜਾ ਕੱਢ ਕੇ ਖਸਮ ਸਿਰ ਕੱਢਿਆ, ਇਨਮੇ ਹੋਏ ਗਿਆ ਹੈ ਖਾਕ, ਮੰਦਾ ਚਿਤਵਤ ਮੂਆ, ਜਿਨ ਰਚਿਆ ਤਿਨ ਦੀਨਾ ਧਾਕ। ਐਸੇ ਮਹਾਨ ਸਤਿਗੁਰੂ ਦੇ ਉੱਤੇ ਦੂਜਾ ਹਮਲਾ ਸੁਲਹੀ ਖਾਂ ਦੇ ਭਤੀਜੇ ਨੇ ਕੀਤਾ ਹੈ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹੀ ਅਕਾਲ ਪੁਰਖ ਵਾਹਿਗੁਰੂ ਦਾ ਓਟ ਆਸਰਾ ਲਿਆ, ਤੇ ਸੁਲਹੀ ਖਾਂ ਨੇ ਅਜੇ ਇੱਕ ਪੜਾਅ ਪਿੱਛੇ ਹੀ ਸੀ ਅੰਮ੍ਰਿਤਸਰ ਸਾਹਿਬ ਤੋਂ, ਜਦੋਂ ਰਾਤ ਦੇ ਟਾਈਮ ਸੁੱਤੇ ਹੋਏ ਉਹਦੇ ਹਸਨ ਖਾਂ ਨਾਂ ਦੇ ਸਿਪਾਹੀ ਨੇ ਤਨਖਾਹ ਦੇ ਕਰਕੇ ਝਗੜਾ ਪਿਆ ਤੇ ਰਾਤ ਨੂੰ ਕਤਲ ਕਰ ਦਿੱਤਾ। ਸਤਿਗੁਰੂ ਨੇ ਪਾਵਨ ਬਾਣੀ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਸੀ ਕਿ ਨਿੰਦਕ ਗੁਰ ਕਿਰਪਾ ਤੇ ਹਟਿਓ, ਪਾਰ ਬ੍ਰਹਮ ਪ੍ਰਭ ਭੈ ਦਿਆਲਾ, ਸ਼ਿਵ ਕੇ ਬਾਣ ਸਿਰ ਕਾਟਿਓ। ਸੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਵਨ ਇਤਿਹਾਸ ਵਿੱਚੋਂ ਇਹ ਪਤਾ ਲੱਗਦਾ ਹੈ ਕਿ ਆਪਣਿਆਂ ਵੱਲੋਂ, ਪਰਾਇਆਂ ਵੱਲੋਂ, ਪੁਜਾਰੀ ਜਾਤ ਵੱਲੋਂ ਸਿੱਖੀ ਨੂੰ ਖਤਮ ਕਰਨ ਲਈ ਰਾਜਨੀਤਿਕ ਤੌਰ ਤੇ ਵੀ ਇਸ ਤਰ੍ਹਾਂ ਦੇ ਯਤਨ ਜਿਹੜੇ ਹੈ ਇਹ ਹੁੰਦੇ ਰਹੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਉਦਾਰਤਾ ਉਹਨਾਂ ਦੇ ਪਾਵਨ ਇਤਿਹਾਸ ਵਿੱਚੋਂ ਪਤਾ ਲੱਗਦੀ ਹੈ, ਕਿਉਂਕਿ ਇਹ ਬਾਣੀ ਦੇ ਵਿੱਚ ਸੱਚੇ ਗੁਰੂ ਦੀ ਮਹਿਮਾ ਲਿਖੀ ਹੈ। ਜੇ ਕੋਈ ਨਿੰਦਕ ਹੋਵੇ ਸਤਿਗੁਰ ਕਾ, ਫਿਰ ਸ਼ਰਨ ਗੁਰ ਆਵੇ, ਪਿਛਲੇ ਗੁਨਾਹ ਸਤਿਗੁਰ ਬਖਸ਼ ਲੈ, ਸਤ ਸੰਗਤ ਨਾਲ ਲਲਾਵੇ, ਜਿਉਂ ਮੀਂਹ ਉੱਠੇ ਗਲੀਆਂ ਨਾਲਿਆਂ ਟੋਬਿਆਂ ਕਾ ਜਲ ਜਾਵੇ, ਪਵੇ ਵਿੱਚ ਸੁਰਸਰੀ ਮਿਲਤ ਪਵਿੱਤਰ ਹੋ ਜਾਵੇ। ਸਤਿਗੁਰੂ ਗੁਰੂ ਅਰਜਨ ਦੇਵ ਜੀ ਦਾ ਪਾਵਨ ਇਤਿਹਾਸ ਇਸ ਕਸਵੱਟੀ ਤੇ ਪੂਰਾ ਉਤਰਦਾ ਹੈ। ਬਾਬਾ ਪ੍ਰੀਤੀ ਚੰਦ ਨੇ ਸਾਰੀ ਜ਼ਿੰਦਗੀ ਗੁਰੂ ਅਰਜਨ ਪਾਤਸ਼ਾਹ ਜੀ ਦੇ ਨਾਲ ਵੈਰ ਕਮਾਇਆ, ਕਦੇ ਇੱਕੋ ਇੱਕ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਜਾਨਲੇਵਾ ਹਮਲੇ ਕੀਤੇ, ਕਦੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹੀਦ ਕਰਨ ਦੀ ਕੋਸ਼ਿਸ਼ ਕੀਤੀ, ਕਦੇ ਬੀਰਬਲ ਵਰਗੇ ਨੂੰ ਚੁੱਕ ਕੇ ਅੰਮ੍ਰਿਤਸਰ ਤੇ ਟੈਕਸ ਲਾਉਣ ਦੀਆਂ ਗੱਲਾਂ ਕੀਤੀਆਂ। ਪਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਇਤਿਹਾਸ ਤੋਂ ਪਤਾ ਲੱਗ ਜਾਂਦਾ ਹੈ ਕਿ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਹ ਵੀਰਵਾ ਇਸ ਪ੍ਰਿਥੀ ਚੰਦ ਵਾਲੀਆਂ ਚਾਲਾਂ ਨੂੰ ਉਸੇ ਹੀ ਰੂਪ ਦੇ ਵਿੱਚ ਉਹਦਾ ਜਵਾਬ ਨਹੀਂ ਦਿੱਤਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਜੀਵਨ ਦੇ ਰਾਹੀਂ ਸਾਨੂੰ ਸਿਖਾ ਦਿੱਤਾ ਸੀ ਵੀ ਜੇ ਘਰ ਦੇ ਵਿੱਚੋਂ ਹੀ ਕੋਈ ਕਲੇਸ਼ ਖੜਾ ਕਰ ਦੇਵੇ, ਘਰ ਦੇ ਵਿੱਚੋਂ ਹੀ ਕੋਈ ਵਿਰੋਧੀ ਹੋ ਜਾਵੇ, ਉਸ ਨਾਲ ਕਿਵੇਂ ਨਜਿੱਠਣਾ ਹੈ। ਸਾਰਾ ਗੁਰੂ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਇੱਥੇ ਬਾਬਾ ਪ੍ਰੀਤੀ ਚੰਦ, ਬਾਬਾ ਸ੍ਰੀ ਚੰਦ, ਬਾਬਾ ਲਖਮੀ ਦਾਸ, ਬਾਬਾ ਦਾਸੂ ਤੇ ਬਾਬਾ ਦਾਸੂ ਜੀ, ਬਾਬਾ ਮੋਹਨ ਤੇ ਬਾਬਾ ਮੋਹਰੀ ਜੀ, ਔਰ ਦਸਵੇਂ ਪਾਤਸ਼ਾਹ ਤੱਕ ਧੀਰਮਲ ਔਰ ਰਾਮ ਰਾਏ ਵਰਗਿਆਂ ਨੇ ਰਾਜਨੀਤਿਕ ਗੱਠ ਸੱਚ ਕਰਕੇ ਵੀ ਔਰ ਆਪਣੇ ਤੌਰ ਤੇ ਵੀ ਗੁਰੂ ਪਾਤਸ਼ਾਹ ਦਾ ਵਿਰੋਧ ਜਾਰੀ ਰੱਖਿਆ। ਧੀਰਮਲ ਨੇ ਤਾਂ ਧੰਨ ਗੁਰੂ ਤੇਗ ਬਹਾਦਰ ਜੀ ਤੇ ਗੋਲੀ ਵੀ ਚਲਾ ਦਿੱਤੀ ਸੀ, ਪਰ ਸੱਚੇ ਪਾਤਸ਼ਾਹ ਨੇ ਆਪਣੇ ਘਰਦਿਆਂ ਨਾਲ ਕਿਵੇਂ ਨਜਿੱਠਣਾ ਹੈ ਉਹ ਦੱਸ ਦਿੱਤਾ ਕਿ ਘਰ ਵਿੱਚ ਕਲੇਸ਼ ਜਿਹੜਾ ਹੈ ਉਹ ਦੁਸ਼ਮਣੀ ਵਾਲਾ ਨਹੀਂ ਪਾਣਾ, ਸੁਚੇਤ ਜ਼ਰੂਰ ਰਹਿਣਾ ਹੈ, ਪਰ ਜਦੋਂ ਬਾਹਰਲਾ ਕੋਈ ਦੁਸ਼ਮਣ ਆਵੇ ਉਹਦੇ ਨਾਲ ਉਸੇ ਤਰ੍ਹਾਂ ਦਾ ਨਜਿੱਠਣਾ ਜੈਸਾ ਬਿਤ ਤੈਸਾ ਹੋਏ ਵਰਤੇ, ਜਿਸ ਤਰ੍ਹਾਂ ਦੀ ਉਹ ਭਾਸ਼ਾ ਸਿੱਖਦਾ ਹੈ। ਅੱਜ ਕੌਮ ਦੇ ਵਿੱਚ ਬਹੁਤ ਵੱਡੀ ਤਰਾਸਦੀ ਹੈ ਕਿ ਅਸੀਂ ਭਾਈ ਹੀ ਇੱਕੋ ਗੁਰੂ ਦੇ ਸਿੱਖ ਹੁੰਦੇ ਹੋਏ, ਇੱਕੋ ਹੀ ਸ਼ਬਦ ਗੁਰੂ ਨੂੰ ਮੰਨਣ ਵਾਲੇ, ਇੱਕੋ ਹੀ ਅਕਾਲ ਤਖਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਸ਼ਰਧਾ ਰੱਖਣ ਵਾਲੇ, ਏਕ ਪਿਤਾ ਏਕ ਸਕੇ ਹਮ ਬਾਰਕ ਹਰ ਵੇਲੇ ਗਾਣ ਵਾਲੇ, ਜਦੋਂ ਕੋਈ ਮਾੜਾ ਮੋਟਾ ਵਾਦ ਵਿਵਾਦ ਹੁੰਦਾ ਹੈ ਤੇ ਇੱਕ ਦੂਜੇ ਦੇ ਦੁਸ਼ਮਣ ਬਣ ਜਾਂਦੇ ਆ, ਇੱਕ ਦੂਜੇ ਦੀਆਂ ਪੱਗਾਂ ਲਾ ਦਿੰਦੇ ਆ। ਗੁਰਦੁਆਰਿਆਂ ਦੇ ਵਿੱਚ ਧੰਨ ਗੁਰੂ
ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇੱਕ ਦੂਜੇ ਦੀ ਬੇਅਦਬੀ, ਇੱਕ ਦੂਜੇ ਦੀ ਨਿੰਦਾ, ਇੱਕ ਦੂਜੇ ਦੇ ਹੱਥੋਂ ਪਾਈ ਕਰ ਕਰਕੇ ਕੌਮ ਦਾ ਜਲੂਸ ਕੱਢ ਰਹੇ ਹਨ। ਪਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਜੀਵਨ ਦੇ ਰਾਹੀਂ ਸਾਨੂੰ ਇਹ ਗੱਲ ਸਮਝਾ ਦਿੱਤੀ ਸੀ ਕਿ ਅਸੀਂ ਘਰਦਿਆਂ ਨਾਲ ਕਿਵੇਂ ਨਜਿੱਠਣਾ ਹੈ। ਬੜੇ ਪਿਆਰ ਨਾਲ, ਸਹਿਜ ਨਾਲ, ਹੌਸਲੇ ਨਾਲ, ਦਲੀਲ ਨਾਲ ਸਤਿਗੁਰੂ ਆਪਣੇ ਵਿਰੋਧੀਆਂ ਨੂੰ ਸੰਬੋਧਨ ਕਰਕੇ ਸ਼ਾਂਤ ਕਰਦੇ ਰਹੇ। ਔਰ ਜਦੋਂ ਬਾਬਾ ਪ੍ਰਿਥੀ ਚੰਦ ਬਾਰੇ ਪਤਾ ਲੱਗਾ ਹੈ ਕਿ ਪ੍ਰਿਥੀ ਚੰਦ ਬਹੁਤ ਬਿਮਾਰ ਹੋ ਗਿਆ, ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਹਮਲੇ ਕਰਨ ਵਾਲਾ ਪ੍ਰਿਥੀ ਚੰਦ, ਉਹਨਾਂ ਦੇ ਇੱਕ ਸਾਹਿਬਜ਼ਾਦੇ ਨੂੰ ਸ਼ਹੀਦ ਕਰਾਉਣ ਦੇ ਦਾਅਵੇ ਕਰਨ ਵਾਲਾ ਜਾਂ ਸ਼ਹੀਦ ਕਰਨ ਤੱਕ ਦੀ ਨੀਚ ਹਰਕਤਾਂ ਕਰਨ ਵਾਲੇ ਬਾਰੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਸ ਤਰ੍ਹਾਂ ਨਜਿੱਠਿਆ। ਕਿ ਜਦੋਂ ਉਹ ਬਿਮਾਰ ਹੋਇਆ, ਸਤਿਗੁਰੂ ਨੇ ਅਰਦਾਸ ਕੀਤੀ, ਹਰਿ ਜੀਓ ਤੂੰ ਸੁਖ ਸੰਪਤ ਰਾਸ ਰੱਖ ਲਿਓ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ। ਪਰ ਕਮਾਲ ਦੀ ਗੱਲ, ਜਦੋਂ ਪ੍ਰਿਥੀ ਚੰਦ ਠੀਕ ਵੀ ਹੋ ਗਿਆ, ਤੰਦਰੁਸਤ ਵੀ ਹੋ ਗਿਆ, ਉਸ ਵੇਲੇ ਸ਼ੁਕਰਾਨਾ ਵੀ ਕੀਤਾ, ਗੁਰਪੂਰੇ ਕਿਰਪਾ ਕਰੀ ਰੱਖਿਆ ਮੇਰਾ ਭਾਈ, ਹਮ ਤਿਸ ਕੀ ਸ਼ਰਨਾਗਤੀ ਜੋ ਸਦਾ ਸਹਾਈ। ਸੋ ਬਾਣੀ ਤੋਂ, ਗੁਰੂ ਅਰਜਨ ਦੇਵ ਜੀ ਤੋਂ ਸੇਧ ਲੈ ਕੇ ਅਸੀਂ ਘਰੇਲੂ ਮਸਲਿਆਂ ਨੂੰ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ, ਹਰਨਾਮੇ ਕੇ ਹੋਵੋ ਜੋੜੀ, ਗੁਰਮੁਖ ਵੈਸੋ ਸਭਾ ਵਿਛਾਏ। ਜੇ ਫਿਰ ਵੀ ਕੋਈ ਵਿਰੋਧੀ ਬਾਜ ਨਹੀਂ ਆਉਂਦਾ ਤਾਂ ਘਰ ਵਿੱਚ ਉਹ ਹਾਲਾਤ ਨਹੀਂ ਪੈਦਾ ਕਰਨੇ, ਕੌਮ ਵਿੱਚ ਉਹ ਝਗੜੇ ਨਹੀਂ ਪਾਣੇ ਜਿਹਦੇ ਨਾਲ ਸਾਡੇ ਦੁਸ਼ਮਣਾਂ ਨੂੰ ਇਹ ਮੌਕਾ ਮਿਲ ਜਾਵੇ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਅਜੇ 1.25 ਸਾਲ ਦੇ ਸੀ। ਇੱਕੋ ਇੱਕ ਬੇਟਾ ਜਦੋਂ ਲਾਹੌਰ ਦੇ ਵਿੱਚ ਕਾਲ ਪਿਆ, ਸਤਿਗੁਰੂ ਨੇ ਜਾ ਕੇ ਲਾਹੌਰ ਦੇ ਵਿੱਚ ਲਾਮਿਸਾਲ ਸੇਵਾ ਕੀਤੀ। ਮੈਂ ਅਗਲੇ ਭਾਗ ਵਿੱਚ ਇਸ ਗੱਲ ਬਾਰੇ ਵਿਸਤਾਰ ਨਾਲ ਕਰਾਂਗਾ ਕਿ ਸੇਵਾ ਕਿਵੇਂ ਕਰਨੀ ਹੈ, ਸਤਿਗੁਰੂ ਅਰਜਨ ਦੇਵ ਜੀ ਦੇ ਇਤਿਹਾਸ ਤੋਂ ਸਾਨੂੰ ਸੇਵਾ ਦਾ ਬਲ ਕਿਵੇਂ ਮਿਲਦਾ ਹੈ। ਪਰ ਉੱਥੇ ਹੀ 8 ਮਹੀਨੇ 1.25 ਸਾਲ ਦਾ ਬੇਟਾ, ਮਾਤਾ ਗੰਗਾ ਜੀ, ਸਮੁੱਚਾ ਪਰਿਵਾਰ ਦੁਖੀਆਂ ਦੀ ਸੇਵਾ ਕਰਦਾ ਰਿਹਾ। ਤੇ ਉਹ ਤੋਂ ਬਾਅਦ ਚੇਚਕ ਦਾ ਜ਼ੋਰ ਵਧਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਚੇਚਕ ਨੇ ਜਕੜ ਲਿਆ। ਲੋਕਾਂ ਨੇ ਆ ਕੇ ਸਲਾਹਾਂ ਦਿੱਤੀਆਂ, ਸੱਚੇ ਪਾਤਸ਼ਾਹ ਫਲਾਣੀ ਦੇਵੀ ਦੇ ਦਰ ਤੇ ਜਾਈਏ, ਉੱਥੇ ਜਾ ਕੇ ਅਸੀਂ ਆਹ ਕਰੀਏ, ਬੱਬਰੂ ਚੜਾਈਏ, ਲਾਲ ਕੱਪੜਾ ਲਈਏ। ਪਰ ਦੂਰਅੰਦੇਸ਼ੀ ਵਿਗਿਆਨਕ ਸੋਚ ਸੰਸਾਰ ਨੂੰ ਦੇਣ ਵਾਲੇ ਧੰਨ ਗੁਰੂ ਅਰਜਨ ਪਿਤਾ ਨੇ ਲੋਕਾਂ ਨੂੰ ਸਮਝਾ ਦਿੱਤਾ, ਭਲਿਓ ਲੋਕੋ, ਇਹ ਸੀਤਲਾ ਕੋਈ ਦੇਵੀ ਨਹੀਂ, ਬਲਕਿ ਤਾਂ ਇੱਕ ਬਿਮਾਰੀ ਹੈ ਜਿਸ ਦਾ ਇਲਾਜ ਕੀਤਾ ਜਾ ਸਕਦਾ ਹੈ। ਤਾਂ ਧੰਨ ਗੁਰੂ ਅਰਜਨ ਦੇਵ ਜੀ ਨੇ ਸਾਡਾ ਮਾਰਗ ਦਰਸ਼ਨ ਕਰਦੇ ਹੋਏ ਬਖਸ਼ਿਸ਼ ਕੀਤੀ, ਦੁਆ ਤੇ ਦਵਾ ਦੀ ਹੀ ਸਹਾਰਾ ਲਿਆ। ਪਰ ਜਦੋਂ ਸਾਹਿਬਜ਼ਾਦਾ ਜੀ ਠੀਕ ਹੋ ਗਏ, ਅਨੇਕਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਥਾਏ, ਉਹਨਾਂ ਦੀ ਤੰਦਰੁਸਤੀ ਦੇ ਪ੍ਰਥਾਏ ਬਾਣੀ ਦੇ ਵਿੱਚ ਸਾਨੂੰ ਮਿਲਦੇ ਨੇ। ਨੇਤਰ ਪ੍ਰਗਾਸ ਕੀਆ ਗੁਰਦੇਵ, ਭ੍ਰਮ ਗਏ ਪੂਰਨ ਪਈ ਸੇਵ, ਸ਼ੀਤਲਾ ਤੇ ਰਾਖਿਆ ਬਿਹਾਰੀ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ। ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਪ੍ਰਕਾਸ਼ ਤੋਂ ਲੈ ਕੇ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲਣ ਤੱਕ ਅਨੇਕਾਂ ਕਾਰਜ ਕੀਤੇ ਹਨ, ਜੋ ਸਿੱਖ ਇਤਿਹਾਸ ਦੇ ਸੁਨਹਿਰੀ ਅੱਖਰਾਂ ਦੇ ਲਿਖੇ ਹੋਏ ਅੱਜ ਸੰਸਾਰ ਦੇ ਹਰ ਪ੍ਰਾਣੀ ਨੂੰ ਉਹ ਅਗਵਾਈ ਬਖਸ਼ਦੇ ਨੇ। ਅਸੀਂ ਵੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਵਨ ਚਰਨਾਂ ਦੇ ਨਾਲ ਜੁੜ ਕੇ, ਉਹਨਾਂ ਦੀ ਬਾਣੀ ਦੇ ਨਾਲ ਜੁੜ ਕੇ, ਉਹਨਾਂ ਦੇ ਪਾਵਨ ਉਪਦੇਸ਼ ਦੇ ਨਾਲ ਜੁੜ ਕੇ ਅਸੀਂ ਆਪਣਾ ਜਨਮ ਸਫਲਾ ਕਰ ਸਕਦੇ ਹਾਂ। ਜੇ ਅਸੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਿੱਖ ਹੁੰਦੇ ਹੋਏ ਵੀ ਉਹਨਾਂ ਦੀ ਪਾਵਨ ਸਿੱਖਿਆ, ਪਾਵਨ ਇਤਿਹਾਸ, ਪਾਵਨ ਸਿਧਾਂਤਾਂ ਤੋਂ ਦੂਰ ਰਹਿ ਗਏ, ਫਿਰ ਸਾਡੇ ਨਾਲ ਤਾਂ ਬਦਕਿਸਮਤ ਕੋਈ ਨਹੀਂ ਹੋ ਸਕਦਾ। ਭੱਟ ਸਾਹਿਬਾਨ ਨੇ ਪਾਵਨ ਬਾਣੀ ਵਿੱਚ ਲਿਖਿਆ ਸੀ ਕਿ ਅਸੀਂ ਵੀ ਭਟਕਦੇ ਰਹੇ, ਭੱਜਦੇ ਰਹੇ, ਜਦੋਂ ਤੱਕ ਸਾਡੀ ਬਦਕਿਸਮਤੀ ਸੀ, ਜਦੋਂ ਤੱਕ ਸਾਡੇ ਮੱਥੇ ਦੇ ਭਾਗ ਨਹੀਂ ਖਿੜੇ ਸਨ। ਜਬ ਲੋ ਨਹੀਂ ਭਾਗ ਲਿਲਾਰ ਉਦੇ, ਤਬ ਲੋ ਭ੍ਰਮਤੇ ਫਿਰਤੇ ਬਹੁਤ ਆਇਓ, कल घोर समुद्र में बूढ़ थे, कब हूँ मिटे नहीं रे पछतायो, तत् विचार जह मतरा, जग तारन को अवतार बनायो, जपियो जिने अर्जन देव गुरु, फिर संकट जोन गर्भ नहीं आयो। आओ धन गुरु अर्जन देव जी के चरनी लाके अपना भी जन्म मरण मेटिए। अगले बुधवार फिर धन गुरु अर्जन देव जी महाराज के गुरगद्दी तो लैके शहीदी तक जो उन्होंने अहम कार्य जो कौम ਨੂੰ ਦੇਣ ਦਿੱਤੀ ਹੈ, ਉਹ ਆਪ ਜੀ ਦੇ ਨਾਲ ਇਤਿਹਾਸ ਵਿੱਚੋਂ ਵਿਚਾਰ ਸਾਂਝੇ ਕਰਨ ਦਾ ਯਤਨ ਕਰਾਂਗਾ। ਅੱਜ ਵੀਰ ਹਰਜੀਤ ਸਿੰਘ ਜੀ, ਵੀਰ ਚਰਨਜੀਤ ਸਿੰਘ ਜੀ, ਸਾਰੇ ਗੁਰਸਿੱਖ ਪਿਆਰੇ ਉਹਨਾਂ ਦੇ ਸਾਹਮਣੇ ਬੋਲਣਾ, ਕਿਉਂਕਿ ਦੇਖੋ ਭਾਈ ਗਿਆਨ ਕੀ ਆਈ ਆਂਦੀ, ਇਹ ਤਾਂ ਕੱਲਾ ਕੱਲਾ ਗੁਰਸਿੱਖ
ਜੋ ਮੇਰੇ ਸਾਹਮਣੇ ਅੱਜ ਬੈਠੇ ਹੋਏ ਨੇ, ਇਹ ਗਿਆਨ ਦੀ ਆਂधी ਹੋਈ ਨਹੀਂ, ਬਲਕਿ ਗਿਆਨ ਦਾ ਇੱਕ ਤੂਫਾਨ ਹੈ। ਸੋ ਐਸੇ ਤੂਫਾਨ ਦੇ ਸਾਹਮਣੇ ਖੜ ਸਕਣਾ ਮੇਰੇ ਵਰਗੇ ਨਾਚੀਜ਼ ਬੰਦੇ ਦੀ ਕੀ ਔਕਾਤ ਹੈ। ਪਰ ਤੁਸੀਂ ਫੇਰ ਵੀ ਜਾਣਦੇ ਹੋਏ ਇਤਿਹਾਸ ਨੂੰ ਤੁਸੀਂ ਮੈਨੂੰ ਇਸ ਯੋਗ ਸਮਝਿਆ ਸੀ, ਮੌਕਾ ਦਿੱਤਾ। ਮੈਂ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੋਇਆ ਬੇਨਤੀ ਕਰਾਂਗਾ, ਵੀਰ ਹਰਜੀਤ ਸਿੰਘ ਜੀ, ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਵੀ ਕਰਦੇ ਹਾਂ। ਇਹ ਟੁੱਟੇ ਹੋਏ ਸੀ, ਐਵੇਂ ਲੱਗਦਾ ਸੀ ਕੀ ਬਣ ਗਿਆ, ਗੁਰਮਤਿ ਨਾਲ ਟੁੱਟੇ ਹੋਇਆ। ਕਰੋਨਾ ਕਾਲ ਸਮੇਂ ਦਾ ਆਉਣ ਜਾਣ ਦਾ ਸਮਾਂ ਹੈ, ਅੱਜ ਦੇ ਦਿਨ ਕੱਲ ਤੱਕ ਨਹੀਂ ਰਹਿਣੇ, ਪਰ ਗੁਰਮਤਿ ਨਾਲ ਟੁੱਟ ਕੇ ਅਸੀਂ ਹਮੇਸ਼ਾ ਦੇ ਲਈ ਆਪਣੇ ਜੀਵਨ ਨੂੰ ਅਜਾਈ ਗਵਾਉਣ ਦੇ ਮਾਰਗ ਤੇ ਚੱਲ ਪਏ ਹਾਂ। ਪਰ ਇਹ ਆਨਲਾਈਨ ਕਲਾਸਾਂ ਸ਼ੁਰੂ ਕਰਕੇ ਜਿਹੜੇ ਵੀਰ ਵੀ ਸਹਿਯੋਗ ਦੇ ਰਹੇ ਨੇ, ਉਹਨਾਂ ਸਾਰਿਆਂ ਦਾ ਧੰਨਵਾਦ। ਸਿੱਖ ਮਿਸ਼ਨਰੀ ਕਾਲਜ ਵੱਲੋਂ ਲਿਖੀ ਹੋਈ ਪੁਸਤਕ ਗੁਰੂ ਅਰਜਨ ਪ੍ਰਤੱਖ ਹਾਰ ਦੇ ਆਧਾਰ ਤੇ ਮੈਂ ਹੋਰ ਇੱਧਰ ਉੱਧਰ ਦੀਆਂ ਗੱਲਾਂ ਛੱਡ ਕੇ ਆਪਣੀ ਪੁਸਤਕ ਦੇ ਆਧਾਰ ਤੇ ਗੁਰੂ ਇਤਿਹਾਸ ਆਪ ਜੀ ਨਾਲ ਸਾਂਝਾ ਕੀਤਾ। ਬਹੁਤ ਸਾਰੀਆਂ ਗੱਲਾਂ ਸਿਧਾਂਤਕ ਤੌਰ ਤੇ, ਕਈ ਵਾਰੀ ਮੇਰੀ ਬੋਲਣ ਦੇ ਵਿੱਚ ਸ਼ਬਦਾਵਲੀ ਵਿੱਚ ਫਰਕ ਪੈ ਜਾਂਦਾ ਹੈ, ਇੰਨੀਆਂ ਗਲਤੀਆਂ ਹੋਈਆਂ ਹੋਣਗੀਆਂ। ਮੈਂ ਸਾਰਿਆਂ ਤੋਂ ਹੀ ਖਿਮਾ ਵੀ ਚਾਹੁੰਦਾ ਹਾਂ ਤੇ ਅਗਲੇ ਬੁੱਧਵਾਰ ਤੱਕ ਨਾਲ ਹੀ ਬੇਨਤੀ ਕਰਾਂਗਾ, ਗੁਰੂ ਅਰਜਨ ਦੇਵ ਜੀ ਨੇ ਕੇਵਲ ਸਾਨੂੰ ਹੀ ਆਪ ਛਕਣ ਵਾਸਤੇ ਨਹੀਂ ਹੁਕਮ ਕੀਤਾ, ਵੈਸੇ ਤਾਂ ਗੁਰੂ ਦਾ ਲੰਗਰ ਵੀ ਛਕਣਾ ਹੈ। ਗੁਰੂ ਪਾਤਸ਼ਾਹ ਨੇ ਇਹ ਸਿੱਧਾਂ ਜਿਹੜੀਆਂ ਅੱਜ ਸਰਕਾਰਾਂ ਦੇ ਰਹੀਆਂ, ਮੀਡੀਆ ਦੇ ਰਿਹਾ, ਇਹ ਪਹਿਲਾਂ ਹੀ ਦੇ ਦਿੱਤੀਆਂ ਸੀ ਕਿ ਜੋ ਪ੍ਰਸ਼ਾਦ ਛਕਣੇ ਲਗੇ हाथ सुचेत करे, भाई हाथ धो के बैठो, एक अंकी वे खावे ना ही और को भी दे, कलिया ने नहीं बैठ के खा लेना बल्कि होरनां भी साझे करना। सो जिथे ये पेट की भुख बुझाने वाला लंगर असीं साझे रूप में छकना है, उत्थे साध संगत ते चेता रखना कि आत्मा की भुख मिटाने वाला ये गुरु के शब्द का लंगर, इतिहास सिद्धांत ये भी असीं साझी बनना है। ते अगे ते अगे परिवारां नूं भी बिठाया करो ਤਾਂ ਕਿ ਅਸੀਂ ਗੁਰੂ ਪਾਤਸ਼ਾਹ ਦੇ ਪਾਵਨ ਦਾਤ ਤੋਂ ਸੇਧ ਲੈ ਕੇ ਲੋਕ ਸੁਖੀਏ ਪਰ ਲੋਕ ਸਹੇਲੇ ਤੇ ਨਾਨਕ ਹਰ ਪ੍ਰਭ ਆਪੇ ਮਿਲੇ, ਇਹ ਸਾਡਾ ਵੀ ਜਨਮ ਸਫਲਾ ਹੋ ਸਕੇ ਤੇ ਬਾਕੀ ਸੰਗਤਾਂ ਵੀ ਗੁਰੂ ਚਰਨਾਂ ਨਾਲ ਜੁੜ ਕੇ ਇਸ ਸੰਸਾਰ ਸਾਗਰ ਤੋਂ ਪਾਰ ਹੋਣ। ਆਵਾਗਾਉਣ ਦਾ ਚੱਕਰ ਸਾਰਿਆਂ ਦਾ ਕੱਟ ਜਾਵੇ। ਭੁੱਲ ਗਲਤੀ ਲੇਖੇ ਮਾਂ ਜੀ ਬਹੁਤ ਬਹੁਤ ਧੰਨਵਾਦ। ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।